सूरा सो पहचानिया जो लरे दीन के हेत। सूरा सो पहचानिया जो लरे दीन के हेत। पुरजा पुरजा कट मरे कबहू न छाड़े खेत। पुरजा पुरजा कट मरे कबहू न छाड़े खेत। कबहू न छाड़े खेत, कबहू न छाड़े खेत। जो तो प्रेम खिलन का चाओ, जो तो प्रेम खिलन का चाओ। सिर तर तली गली मेरी आओ, सिर तर तली गली मेरी आओ। सिर तर तली गली मेरी आओ, सिर तर तली गली मेरी आओ। सिर तर तली गली मेरी आओ, सिर तर तली गली मेरी आओ। वाहिगुरु। सो गुरु रूप प्यारी साध संगत जी तिन्हां की सेवा प्रवान करनी। समूह संगत के चरणों में बेनती है कि जो अज का ये प्रोग्राम उलीकिया है माता गुजर कौर जी ਅਤੇ छोटे साहबजादिਆਂ ਦੀ शहादत ਨੂੰ समर्पित है। ਸੋ ਆਓ ਹੁਣ ਸਾਡੇ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਗਿਆਨੀ ਸੁਖਰਾਜ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬਾਰਡ ਸਾਹਿਬ ਆਪ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਪ੍ਰੇਮ ਤੇ ਸਤਿਕਾਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ। ਸੋ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਏਹੀ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆਰੇ। ਜੋ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ। ਸਿਰ ਦੀਜੈ ਕਾਨ ਨ ਕੀਜੈ ਗਗਨ ਦਮਾਮਾ ਬਾਜਿਓ। ਵਰਿਓ ਨਿਸ਼ਾਨੈ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ।
ਪੁਰਜਾ ਪੁਰਜਾ ਕਟ ਮਾਰੇ, ਕਬਹੂ ਨਾ ਛਾੜਹਿ ਖੇਤ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ, ਆਪ ਵਡਭਾਗੀ ਹੋ, ਵੱਡਿਆਂ ਭਾਗਾਂ ਵਾਲੇ ਹੋ। ਜੋ ਸ਼ਬਦ ਗੁਰੂ ਸ਼ਬਦ ਬ੍ਰਹਮ ਸਾਗਰ, ਚਬਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਤਪ ਸਥਾਨ ਤੇ ਜਿਸ ਅਸਥਾਨ ਨੂੰ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ, ਐਸੇ ਮੁਕੱਦਕ ਸਥਾਨ ਦੇ ਉੱਪਰ ਮਹਾਨ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੋ ਕਰ ਜੁੜ ਬੈਠੇ ਹੋ। ਗੁਰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਨਿਰੰਤਰ ਇਹਨਾਂ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਹੋ ਕਰ ਸਰਨਾ ਨਹਿਰ ਕਹਿ ਲਈਏ, ਸਰਨਾ ਸਟੇਸ਼ਨ, ਧਾਰੀਵਾਲ ਆਦਿਕ ਜਿਹੜੇ ਉਹ ਨਗਰ ਜਾਂ ਘਰ ਪਰਿਵਾਰ ਹਨ, ਉਹਨਾਂ ਦੇ ਵਿੱਚ ਆਪ ਸਭ ਸੰਗਤਾਂ ਦੇ ਨਾਲ ਹਰ ਰੋਜ਼ ਇਤਿਹਾਸ ਦੀ ਸਾਂਝ ਪਾਈ ਗਈ ਜੀ। ਜਿਸ ਰੋਜ਼ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੀ, ਸਮੁੱਚੀ ਸੰਗਤ ਵੱਲੋਂ ਇਸ ਪਾਵਨ ਸਥਾਨ ਤੇ ਗੁਰਮਤਿ ਸਮਾਗਮ ਕੀਤਾ ਗਿਆ ਜੀ। ਕੱਲ ਦਾ ਜਿਹੜਾ ਦਿਨ ਬਤੀਤ ਹੋਇਆ ਸੀ 28 ਤਰੀਕ ਦਾ, ਉਸ ਰੋਜ਼ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਦੀ ਸ਼ਹਾਦਤ ਸੀ। ਸੋ ਅਗਲੇ ਦਿਨ ਭਾਵ ਅੱਜ ਵਾਸਤੇ ਇਹ ਦਿਨ ਨਿਯੁਕਤ ਕੀਤਾ ਗਿਆ ਕਿ ਸਾਰੀਆਂ ਸੰਗਤਾਂ ਇਕੱਠੀਆਂ ਹੋ ਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਤੇ ਜੋ ਸ਼ਹੀਦੀ ਦਿਹਾੜੇ ਹਨ, ਸ਼ਹੀਦੀ ਸਪਤਾਹਕ ਹੈ, ਇਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਜੁੜ ਬੈਠ ਕਰ ਮਨਾਉਣ ਦਾ ਇੱਕ ਜਿਹੜਾ ਯਤਨ ਹੈ ਉਹ ਕੀਤਾ ਜਾਵੇ। ਸੋ ਆਪ ਸਮੂਹ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚੀਆਂ ਹੋ। ਆਪ ਸਮੂਹ ਸੰਗਤਾਂ ਦਾ ਧੰਨਵਾਦ ਜੀ। ਯਤਨ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਕਿ ਜਿਹੜਾ ਇਤਿਹਾਸ ਅਸੀਂ ਨਿਰੰਤਰ ਕੁਝ ਦਿਨਾਂ ਦੇ ਵਿੱਚ ਜਿਸ ਦੀ ਸਾਂਝ ਪਾਈ ਗਈ, ਸਤਿਗੁਰੂ ਜੀ ਕਿਰਪਾ ਕਰਨ ਆਪ ਸਮੂਹ ਸੰਗਤਾਂ ਅਸੀਸ ਦੀ ਦਾਤ ਬਖਸ਼ਿਸ਼ ਕਰੋ, ਤਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮੁੱਚਾ ਇਤਿਹਾਸ ਸੰਖੇਪ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਜੋ ਹੈ ਉਹ ਬਲ ਬਖਸ਼ਿਸ਼ ਕਰਨ ਜੀ। ਸੋ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਧਿਆਨ ਗੁਰ ਚਰਨਾਂ ਦੇ ਵਿੱਚ ਜੋੜ ਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਝੁਕਾ ਕਰ ਸਰਬੱਤ ਦੇ ਭਲੇ ਵਾਸਤੇ ਸਾਰੀ ਸੰਗਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਰਸਨਾ ਪਵਿੱਤਰ ਕਰੋ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਗਤ ਜੀਓ, ਮਹਾਨ ਸਾਡਾ ਸਿੱਖ ਇਤਿਹਾਸ ਤੇ ਸਿੱਖ ਇਤਿਹਾਸ ਦਾ ਹਰੇਕ ਜਿਹੜਾ ਅੰਗ ਹੈ, ਪੰਨਾ ਹੈ, ਉਹ ਸ਼ਹੀਦਾਂ ਦੇ ਖੂਨ ਦੇ ਨਾਲ ਲਿਪੜਿਆ ਹੋਇਆ ਕਹਿ ਸਕਦੇ ਜਾਂ ਲਿਖਿਆ ਗਿਆ ਹੈ। ਮਹਾਨ ਸ਼ਹਾਦਤਾਂ ਹੋਈਆਂ ਜਿਨ੍ਹਾਂ ਦਾ ਜ਼ਿਕਰ ਅਸੀਂ ਅਰਦਾਸ ਦੇ ਵਿੱਚ ਕਰਦੇ ਹਾਂ, ਕਿਉਂਕਿ ਅਰਦਾਸ ਦੇ ਪਹਿਲੇ ਪਹਿਰਿਆਂ ਦੇ ਵਿੱਚ ਸਾਡਾ ਸਮੁੱਚਾ ਇਤਿਹਾਸ ਉਪਰੰਤ ਫਿਰ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਇਥੋਂ ਅਰਦਾਸ ਦੀ ਆਰੰਭਤਾ ਜੀ। 10 ਗੁਰੂ ਸਾਹਿਬਾਨਾਂ ਦਾ ਜ਼ਿਕਰ ਹੋਇਆ, ਉਪਰੰਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਕਰਕੇ ਫਿਰ ਪੰਜਾਂ ਪਿਆਰਿਆਂ ਦਾ ਜ਼ਿਕਰ ਆਉਂਦਾ, ਚੌਹਾਂ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ, 40 ਮੁਕਤੀਆਂ ਦਾ ਜ਼ਿਕਰ ਆਉਂਦਾ, ਤੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ ਕੁਰਬਾਨੀਆਂ ਕੀਤੀਆਂ, ਉਹਨਾਂ ਸਾਰਿਆਂ ਦਾ ਧਿਆਨ ਧਰ ਕੇ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ। ਸੋ ਉਹ ਸਾਰੇ ਮਹਾਨ ਸ਼ਹੀਦ ਸਾਡੇ ਜਿਨ੍ਹਾਂ ਕਰਕੇ
ਅਸੀਂ ਆਜ਼ਾਦ ਤੇ ਖੁਸ਼ਹਾਲ ਜਿਹੜਾ ਜੀਵਨ ਹੈ ਉਹ ਬਤੀਤ ਕਰ ਰਹੇ ਹਾਂ। ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਸਮੁੱਚੇ ਘਟਨਾਕ੍ਰਮ ਦਾ ਜ਼ਿਕਰ ਆਪ ਜੀ ਦੇ ਨਾਲ ਨਿਰੰਤਰ ਪਿਛਲੇ ਦਿਨਾਂ ਦੇ ਵਿੱਚ ਕਰਦੇ ਆਏ। ਸੰਖੇਪ ਰੂਪ ਦੇ ਵਿੱਚ ਫਿਰ ਤੋਂ ਆਰੰਭ ਕਰਦੇ ਜੇ ਕਿ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਉੱਪਰ ਨਿਰੰਤਰ 22 ਧਾਰ ਦੇ ਰਾਜਿਆਂ ਵੱਲੋਂ, ਮੁਗਲ ਫੌਜਾਂ ਵੱਲੋਂ ਹਮਲੇ ਜਿਹੜੇ ਹੁੰਦੇ ਆਏ ਜੀ। ਤੇ ਇਹਨਾਂ ਹਮਲਿਆਂ ਦਾ ਜਿਹੜਾ ਕਾਰਨ ਜੋ ਦੁਨਿਆਵੀ ਰੂਪ ਸੀ ਨਾ, ਜਿਹੜੇ ਆਮ ਜੰਗਾਂ ਹੁੰਦੀਆਂ ਸਨ ਰਾਜਿਆਂ ਦੀਆਂ, ਜਰ, ਜੋਰੂ ਤੇ ਜ਼ਮੀਨ, ਇਹ ਤਿੰਨੇ ਕਾਰਨ ਨਹੀਂ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਜਿਹੜੇ ਹੋ ਰਹੇ ਹਮਲੇ ਜਾਂ ਨਿਰੰਤਰ ਜਿਹੜਾ 22 ਧਾਰ ਦੇ ਰਾਜਿਆਂ ਵੱਲੋਂ ਜਾਂ ਮੁਗਲ ਫੌਜਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ। ਪਿੱਛੇ ਕਾਰਨ ਕੀ ਸੀ? ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਆਖਿਆ ਸੀ ਨਾ, ਸਮਝਾਇਆ ਸੀ ਕਿ ਜੇ ਜੀਵੇ ਪਥ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸੋ ਇਹਨਾਂ ਮਹਾਂਵਾਕਾਂ ਤੇ ਚੱਲਦੀਆਂ ਹੋਇਆਂ ਇੱਕ ਜਿਹੜਾ ਜੁਰਤ ਭਰਪੂਰ ਜੀਵਨ ਸੀ, ਉਹ ਜੀਵਨ ਨੂੰ ਜਿਉਣ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਜੀ। ਸੱਚ ਨੂੰ ਦਬਾਉਣ ਵਾਸਤੇ ਅਕਸਰ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਬੜੇ ਯਤਨ ਕੀਤੇ ਜਾਂਦੇ ਹਨ। ਇਸੇ ਪ੍ਰਕਾਰ ਸੱਚ ਨੂੰ ਦਬਾਉਣ ਵਾਸਤੇ ਤੱਤੀ ਲੋਹ ਵੀ ਆਈ ਜੀ। ਸੋਚਿਆ ਸਮੇਂ ਦੇ ਹਾਕਮਾਂ ਨੇ ਕਿ ਜੇਕਰ ਸੱਚ ਨੂੰ ਤੱਤੀ ਲੋਹ ਦੇ ਉੱਪਰ ਬਿਠਾ ਦੇਵਾਂਗੇ, ਸੱਚ ਖਤਮ ਹੋਵੇਗਾ, ਪਰ ਸੱਚ ਖਤਮ ਨਹੀਂ ਹੋਇਆ ਜੀ। ਇਸੇ ਹੀ ਸੱਚ ਨੂੰ ਫਿਰ ਦਬਾਉਣ ਵਾਸਤੇ ਬੜੇ ਯਤਨ ਹੋਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖ ਸੇਵਕਾਂ ਨੂੰ ਹੁਕਮ ਕੀਤੇ ਕਿ ਭਾਈ, ਜਿੰਨੇ ਵੀ ਗੁਰੂ ਦਰਬਾਰ ਦੇ ਵਿੱਚ ਆਉਣਾ, ਚੰਗੇ ਸ਼ਸਤਰ ਲੈ ਕਰ ਆਵੇ, ਚੰਗੇ ਘੋੜੇ ਲੈ ਕਰ ਆਵੇ ਤੇ ਚੰਗੀ ਜਵਾਨੀ ਦੀ ਲੋੜ ਹੈ। ਸਤਿਗੁਰੂ ਜੀ ਦੇ ਹੁਕਮਨਾਮੇ ਪ੍ਰਾਪਤ ਹੋਏ। ਵੱਡੀ ਗਿਣਤੀ ਦੇ ਵਿੱਚ ਸਿੱਖ ਯੋਧੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚੇ ਜੀ। 4 ਜੰਗਾਂ ਵੀ ਹੋਈਆਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਜੰਗਾਂ ਦੀ ਸਭ ਤੋਂ ਵੱਡੀ ਖਾਸੀਅਤ ਕਿ ਜਿੰਨੇ ਵੀ ਜਰਨੈਲ ਹਮਲਾਵਰ ਹੋਕਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੇ ਚੜ ਕੇ ਆਏ, ਉਹਨਾਂ ਚੋਂ ਕੋਈ ਵੀ ਜਿਹੜਾ ਜਰਨੈਲ ਸੀ ਉਹ ਜਿਉਂਦਾ ਵਾਪਸ ਨਹੀਂ ਸੀ ਮੁੜਿਆ। ਵਿਰੋਧਤਾ ਦਾ ਇੱਥੇ ਵੀ ਕਾਰਨ ਬਣ ਗਿਆ ਕਿ ਸਤਿਗੁਰੂ ਜੀ ਤਾਜ ਦੀ ਗੱਲ ਕਰਦੇ ਸੀ, ਸਤਿਗੁਰੂ ਜੀ ਤਖਤ ਦੀ ਗੱਲ ਕਰਦੇ ਸਨ, ਸਤਿਗੁਰੂ ਜੀ ਰਾਜ ਦੀ ਗੱਲ ਕਰਦੇ ਸੀ, ਸਤਿਗੁਰੂ ਜੀ ਦਸਤਾਰ ਦੀ ਗੱਲ ਕਰਦੇ ਸਨ। ਤੇ ਜ਼ਿਕਰ ਕੀਤਾ ਜੀ 2 ਜੰਗਾਂ ਜਿਹੜੀਆਂ, ਪਹਿਲੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਸਰ ਵਾਲੀ ਜੰਗ ਤੇ ਦੂਸਰੀ ਸ੍ਰੀ ਹਰਗੋਬਿੰਦਪੁਰੇ ਵਾਲੀ ਜੰਗ। ਦੋਹਾਂ ਜੰਗਾਂ ਦੇ ਵਿੱਚ ਦੂਤ ਸਤਿਗੁਰੂ ਜੀ ਦੇ ਕੋਲ ਆਏ ਤੇ ਇਹੋ ਹੀ ਜ਼ਿਕਰ ਕੀਤਾ, ਛੱਡੋ ਸਤਿਗੁਰੂ ਜੀ, ਮਾਲਾ ਫੜ ਕੇ ਬੈਠ ਜਾਵੋ, ਕੀ ਕਰਨਾ ਹੈ ਜੰਗ ਕਰਦਿਆਂ ਹੋਇਆਂ, ਯੁੱਧ ਕਰਦਿਆਂ ਹੋਇਆਂ। ਨਾ ਤੁਸੀਂ ਰਾਜ ਦੀ ਗੱਲ ਕਰੋ, ਨਾ ਤਾਜ ਦੀ ਗੱਲ ਕਰੋ, ਨਾ ਤਖਤ ਦੀ ਗੱਲ ਕਰੋ। ਜਿਵੇਂ ਪਹਿਲਾਂ ਕੰਮ ਚੱਲਦਾ ਸੀ ਨਾ, ਜਿਹੜੇ ਸਾਧੂ ਮਹਾਤਮਾ ਹੁੰਦੇ ਸੀ, ਧਾਰਮਿਕ ਮਨੁੱਖ ਹੁੰਦੇ ਸੀ, ਉਹਨਾਂ ਦੀ ਨਿਆਈ ਮਾਲਾ ਫਿਰ ਉਹ ਚੜ੍ਹਤ ਚੜਾਵਾ ਬੜਾ ਆਈ ਜਾਵੇਗਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਾਜ ਦੀ ਗੱਲ ਕੀਤੀ, ਤਖਤ ਦੀ, ਤਾਜ ਦੀ ਗੱਲ ਕੀਤੀ। 4 ਯੁੱਧ ਜਿਹੜੇ ਸੀ ਫਿਰ ਸਤਿਗੁਰੂ ਜੀ ਨੂੰ ਲੜਨੇ ਪਏ ਜੀ। ਨਿਰੰਤਰ ਸਰਕਾਰਾਂ ਵੱਲੋਂ ਵਿਰੋਧਤਾ ਜਿਹੜੀ ਸੀ ਪ੍ਰਾਪਤ ਹੁੰਦੀ ਆਈ। ਸਮਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਪਹੁੰਚ ਗਿਆ ਤੇ ਇੱਥੇ ਪਹੁੰਚੇ ਹਨ ਦੁਖੀ ਪੰਡਤ ਕਸ਼ਮੀਰ ਤੋਂ ਚੱਲ ਕੇ, ਜਿਨ੍ਹਾਂ ਦਾ ਧਰਮ ਖਤਰੇ ਦੇ ਵਿੱਚ ਸੀ। ਇਹ ਬੇਨਤੀ ਆਪ ਜੀ ਦੇ ਨਾਲ ਸੰਗਤ ਜੀ ਸਾਂਝੀ ਕੀਤੀ ਕਿ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ 4 ਚਫੇਰੇ 22 ਧਾਰ ਦੇ ਹਿੰਦੂ ਰਾਜੇ, ਰਾਜਪੂਤ ਰਾਜੇ ਬੈਠੇ ਹਨ। ਉਹ ਫਰਿਆਦੀ ਮਨੁੱਖ ਉਹਨਾਂ ਰਾਜਿਆਂ ਦੇ ਕੋਲ ਨਹੀਂ ਗਏ, ਰਾਜਪੂਤਾਂ ਦੇ ਕੋਲ ਨਹੀਂ ਗਏ, ਮਰਹੱਟਿਆਂ ਦੇ ਕੋਲ ਨਹੀਂ ਗਏ। ਉਹ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਪਹੁੰਚੇ ਜੀ। ਕਿੰਨਾ ਵਿਸ਼ਵਾਸ ਸੀ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਮਾਲਕ ਦੇ ਉੱਪਰ ਕਿ ਜਿੱਥੇ ਅਸੀਂ ਅੱਜ ਜਾ ਰਹੇ ਹਾਂ ਨਾ, ਸਾਡੀ ਇੱਥੇ ਬਾਹ ਫੜਨ ਵਾਲਾ ਬੈਠਾ ਹੈ, ਸਾਡੇ ਧਰਮ ਦੇ ਰੱਖਿਅਕ ਇੱਥੇ ਬੈਠੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ ਸੀ ਕਿ ਜਾਵੋ, ਜਾਕਰ ਔਰੰਗਜ਼ੇਬ ਨੂੰ ਕਹਿ ਦੇਵੇ ਕਿ ਜੇਕਰ ਉਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਨੂੰ ਮੁਸਲਮਾਨ ਕਰ ਲਵੇਗਾ, ਸਮੁੱਚਾ ਹਿੰਦੁਸਤਾਨ ਆਪਣੇ ਆਪ ਇਸਲਾਮ ਪ੍ਰਵਾਨ ਕਰੇਗਾ। ਬੜਾ ਵੱਡਾ ਵਿਸ਼ਵਾਸ ਸੀ। ਜਦੋਂ ਉਹ ਵਾਪਸ ਮੁੜੇ ਹਨ ਤੇ ਬੇਨਤੀ ਕੀਤੀ ਕਿ ਅੱਜ ਸਾਡੇ ਵਿੱਚ ਇਸੇ ਵਿਸ਼ਵਾਸ ਦੀ ਘਾਟ ਹੈ।
ਅਸੀਂ ਅਰਦਾਸ ਕਰਕੇ ਵੀ ਨਾ ਡਿੱਕੋ ਡੋਲਿਆਂ ਦੇ ਵਿੱਚ ਰਹਿੰਦੇ ਹਾਂ ਕਿ ਪਤਾ ਨਹੀਂ ਸਾਡੀ ਅਰਦਾਸ ਪੂਰੀ ਹੋਣੀ ਨਹੀਂ ਹੋਣੀ ਜਾਂ ਕੀ ਕਾਰਜ ਹੋਵੇਗਾ। ਅਸਲ ਦੇ ਵਿੱਚ ਭਰੋਸਾ ਹੋਵੇ, ਪੂਰਨ ਯਕੀਨ ਹੋਵੇ ਕਿ ਜੋ ਮੈਂ ਸਤਿਗੁਰੂ ਜੀ ਦੇ ਨਾਲ ਬਚਨ ਕੀਤੇ, ਜੋ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਉਹ ਪ੍ਰਤੱਖ ਰੂਪ ਦੇ ਵਿੱਚ ਪੂਰੀ ਹੋਵੇਗੀ। ਤੇ ਸਤਿਗੁਰੂ ਜੀ ਦੇ ਜਿਹੜੇ ਬਚਨ ਹਨ ਉਹਨਾਂ ਦੇ ਉੱਪਰ ਇੰਨਾ ਭਰੋਸਾ ਹੋਵੇ ਕਿ ਜੋ ਸਤਿਗੁਰੂ ਜੀ ਨੇ ਕਹਿਆ ਹੈ ਉਹ 100% ਸੱਚ ਹੋ ਨਿਬੜਦਾ ਹੋਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋ ਗਈ, ਸ਼ਹੀਦੀ ਦੇ ਦਿੱਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਲੀਦਾਨ ਦੇਣ ਦਿੱਤਾ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ 3 ਰਾਸਤੇ ਹਨ। ਪਹਿਲਾ ਰਾਸਤਾ ਸੀ ਕਿ ਮੱਥਾ ਟਿਕਾਉਣ ਵਾਲੇ ਪਾਸੇ ਨੂੰ ਤੁਰ ਪੈਂਦੇ, ਭੇਟਾ ਚੜਾਉਣ ਵਾਲਿਆਂ ਦਾ, ਮੱਥਾ ਟੇਕਣ ਵਾਲਿਆਂ ਦਾ ਕੋਈ ਅੰਤ ਨਹੀਂ ਸੀ। ਬੜੀ ਸੰਗਤ ਸੀ, ਬੜੇ ਲੋਕ ਸਨ ਜਿਨ੍ਹਾਂ ਨੇ ਆਕਰ ਨਿਰੰਤਰ ਮੱਥਾ ਟੇਕੀ ਜਾਣਾ ਸੀ। ਬੜੇ ਪਦਾਰਥ ਆਉਣੇ ਸਨ, ਪਰ ਸਤਿਗੁਰੂ ਜੀ ਨੂੰ ਇਹ ਮਾਰਗ ਪ੍ਰਵਾਨ ਨਾ ਹੋਇਆ। ਦੂਸਰਾ ਮਾਰਗ ਸੀ ਪਿਤਾ ਗੁਰੂ ਜੀ ਦੇ ਵਾਂਗੂ ਸ਼ਹਾਦਤ ਦੇ ਦਿੱਤੀ ਜਾਵੇ, ਪਰ ਉਹ ਵੀ ਕਾਰਜ ਕਰਕੇ ਵੇਖਿਆ ਜਾ ਚੁੱਕਾ ਹੈ। ਤੀਸਰਾ ਕਾਰਜ ਸੀ ਕਿ ਜ਼ੁਲਮ ਦੇ ਜ਼ਬਰ ਦੇ ਵਿਰੁੱਧ ਤਲਵਾਰ ਚੁੱਕੀ ਜਾਵੇ ਤੇ ਜ਼ੁਲਮ ਤੇ ਜ਼ਬਰ ਦਾ ਜਿਹੜਾ ਮੁਕਾਬਲਾ ਉਹ ਕੀਤਾ ਜਾਵੇ। ਪਰ ਇਹ ਜਿਹੜਾ ਕਾਰਜ ਸੀ ਇਹ ਬੜਾ ਕਠਿਨ ਪੈਂਡਾ ਸੀ। ਇਸ ਦੇ ਉੱਪਰ ਚੱਲਣ ਵਾਸਤੇ ਬੜਾ ਅਲੱਗ ਰੂਪ ਦੇ ਵਿੱਚ ਜਿਹੜਾ ਸੀ ਨਾ ਉਹ ਜੀਵਨ ਸੀ। ਤੇ ਇਸ ਵਾਸਤੇ ਬੜੀਆਂ ਕੁਰਬਾਨੀਆਂ ਵੀ ਜਿਹੜੀਆਂ ਸੀ ਉਹ ਕਰਨੀਆਂ ਪੈਣੀਆਂ ਸਨ, ਕਿਉਂਕਿ ਸੱਚ ਦਾ ਮਾਰਗ ਸੀ। ਤੇ ਸੱਚ ਦੇ ਮਾਰਗ ਦੇ ਉੱਪਰ ਸੰਗਤ ਜੀ ਬੇਨਤੀ ਕਰੀਏ, ਕਦੇ ਵੀ ਭੀੜ ਨਹੀਂ ਹੁੰਦੀ ਹੈ। ਝੂਠ ਦੇ ਮਾਰਗ ਦੇ ਉੱਪਰ, ਭੇਡ ਚਾਲ ਦੇ ਉੱਪਰ ਤਾਂ ਬੜੀ ਭੀੜ ਹੋ ਸਕਦੀ, ਪਰ ਕਬੀਰ ਜੀ ਨੇ ਜਿਵੇਂ ਸਾਨੂੰ ਸਮਝਾ ਦਿੱਤਾ ਨਾ, ਕਬੀਰ ਜਿਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਅਵਕਟ ਘਾਟੀ RAM ਕੀ ਤਹਿ ਚੜ ਰਹਿਓ ਕਬੀਰ। ਔਖੀ ਘਾਟੀ ਤੇ ਵਿਖੜੇ ਪੈਂਡੇ ਦੇ ਉੱਪਰ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਜਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਚੱਲ ਸਕਦੇ ਹਨ। ਸਤਿਗੁਰੂ ਜੀ ਨੇ ਇਹ ਰਸਤਾ ਜਿਹੜਾ ਅਪਣਾਉਣਾ ਕੀਤਾ। ਨਿਰੰਤਰ ਵਿਚਾਰਾਂ ਹੋਈਆਂ, ਜਿਤਨੀ ਵੀ ਲੁਕਾਈ ਆਉਂਦੀ ਸੀ ਸਤਿਗੁਰੂ ਜੀ ਨੇ ਸਾਰਿਆਂ ਨੂੰ ਬਰਾਬਰਤਾ ਦਾ ਜਿਹੜਾ ਦਰਜਾ ਸੀ ਉਹ ਦੇ ਦਿੱਤਾ। ਬਚਨ ਕੀਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿ ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾ। ਅੰਮ੍ਰਿਤ ਸੰਚਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਮਨੁੱਖ ਦੀਆਂ ਪਹਿਲੀਆਂ ਸਾਰੀਆਂ ਜਾਤਾਂ ਪਾਤਾਂ, ਊਚ ਨੀਚ ਛੂਤ ਛਾਤ ਆਦਿ ਖਤਮ ਕਰਕੇ ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਰੂਪ ਬਖਸ਼ਿਸ਼ ਕਰ ਦਿੱਤਾ ਜੀ। ਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਸੀ। ਨਹੀਂ ਤਾਂ ਪਹਿਲਾਂ ਧਰਮਾਂ ਦੇ ਵਿੱਚ ਜਿਹੜਾ ਗੁਰੂ ਹੁੰਦਾ ਸੀ ਉਹ ਸਮੁੱਚਾ ਜੀਵਨ ਗੁਰੂ, ਤੇ ਜਿਹੜੇ ਚੇਲੇ ਸੀ ਉਹ ਸਾਰਾ ਜੀਵਨ ਚੇਲੇ ਰਹਿੰਦੇ ਸਨ। ਕਦੇ ਵੀ ਜਿਹੜਾ ਸੇਵਕ ਹੁੰਦਾ ਸੀ, ਚੇਲਾ ਹੁੰਦਾ ਸੀ, ਉਹਨੂੰ ਗੁਰੂ ਦਾ ਦਰਜਾ ਨਹੀਂ ਸੀ ਪ੍ਰਾਪਤ ਹੁੰਦਾ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਕਿ ਉਹਨਾਂ ਨੇ ਲੁਕਾਈ ਦੇ ਵਿੱਚ ਬਰਾਬਰਤਾ ਦਾ ਦਰਜਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਜੀ। ਅੱਜ ਜੇਕਰ ਅਸੀਂ ਸਾਰੇ ਬਰਾਬਰਤਾ ਦੇ ਰੂਪ ਦੇ ਵਿੱਚ ਬੈਠੇ ਹਨ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਦੇਣ। ਨਹੀਂ ਤੇ ਸਤਿਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਬੜਾ ਛੂਤ ਛਾਤ ਦਾ ਵਖਰੇਵਾਂ ਸੀ, ਜਾਤ ਪਾਤ ਦਾ ਬੜਾ ਵਖਰੇਵਾਂ ਸੀ, ਬੜੀ ਪ੍ਰਕਾਰ ਦੀ ਨਫ਼ਰਤ ਸਮੁੱਚੇ ਸਮਾਜ ਦੇ ਵਿੱਚ ਫੈਲੀ ਹੋਈ ਸੀ। ਸਤਿਗੁਰੂ ਜੀ ਨੇ ਬਰਾਬਰਤਾ ਦੀ ਦਾਤ ਬਖਸ਼ਿਸ਼ ਕੀਤੀ ਤੇ ਸਾਰਿਆਂ ਨੂੰ ਇੱਕੋ ਹੀ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਦਿੱਤਾ ਜੀ। ਜਿੱਥੇ ਪਹਿਲਾਂ ਇੱਕ ਸ਼ੂਦਰ ਦਾ, ਨੀਵੀਂ ਜਾਤ ਵਾਲੇ ਦਾ ਪਰਛਾਵਾਂ ਜਿਹੜਾ ਸੀ ਨਾ ਉਹ ਵੀ ਪ੍ਰਵਾਨ ਨਹੀਂ ਸੀ ਕਿ ਸਾਡਾ ਧਰਮ ਪਿੱਟਿਆ ਜਾਂਦਾ, ਸਾਡਾ ਜੀਵਨ ਪਿੱਟਿਆ ਜਾ ਰਿਹਾ, ਸਤਿਗੁਰੂ ਜੀ ਨੇ ਇੱਕੋ ਬਾਟਾ ਸਾਰਿਆਂ ਦੇ ਮੂੰਹ ਨੂੰ ਲਾ ਦਿੱਤਾ ਜੀ। ਭੋਜਨ ਕਰਨਾ ਬੜੀ ਦੂਰ ਦੀ ਗੱਲ ਸੀ। ਰਾਤ ਸਮੇਂ ਸ਼ੂਦਰ ਸੜਕ ਤੇ ਚੱਲਦਾ ਹੋਣਾ, ਗਲੀ ਦੇ ਵਿੱਚ ਗਲ ਦੇ ਵਿੱਚ ਟੱਲ ਪਾਉਣਾ ਪੈਂਦਾ ਸੀ ਕਿ ਕਿਤੇ ਸਾਹਮਣਿਓ ਕੋਈ ਉੱਚੀ ਜਾਤੀ ਦਾ ਆ ਰਿਹਾ ਹੋਵੇ ਤੇ ਪਤਾ ਲੱਗ ਜਾਵੇ ਕਿ ਗਲੀ ਦੇ ਵਿੱਚ ਹਨੇਰੇ ਦੇ ਵਿੱਚ ਜਿਹੜਾ ਟੱਲ ਖੜਕਦਾ ਆ ਰਿਹਾ ਨਾ, ਇਹ ਟੱਲੀ ਛਣਕਣ ਦੀ ਆਵਾਜ਼ ਹੈ, ਇਹ ਕੋਈ ਸਾਹਮਣਿਓ ਸ਼ੂਦਰ ਆ ਰਿਹਾ ਹੈ। ਤੇ ਤੁਸੀਂ ਆਪ ਖਿਆਲ ਕਰੋ, ਆਪ ਜ਼ਰੂਰ ਵਿਚਾਰ ਕਰਿਓ ਕਿ ਜਿੱਥੇ ਇਸ ਪ੍ਰਕਾਰ ਦਾ ਵਖਰੇਵਾਂ ਸੀ,
ਇੰਨੇ ਵੱਡੇ ਪੱਧਰ ਤੇ ਛੂਤ ਛਾਤ ਦਾ ਫਰਕ ਸੀ, ਨਫ਼ਰਤ ਕੀਤੀ ਜਾਂਦੀ ਸੀ, ਸ਼ੂਦਰਾਂ ਦੇ ਪਿੱਛੇ ਛਾਪੇ ਬੱਧੇ ਜਾਂਦੇ ਸਨ ਤਾਂ ਕਿ ਜਿਹੜੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਉਹ ਮਿਟਦੇ ਜਾਵਨ, ਕਿਸੇ ਉੱਚੀ ਜਾਤੀ ਵਾਲੇ ਦਾ ਪੈਰ ਨਾ ਉੱਥੇ ਆ ਜਾਵੇ। ਤੇ ਉਸ ਸਮਾਜ ਦੇ ਵਿੱਚ ਇੱਕ ਬਾਟੇ ਦੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਦੇਣਾ, ਇੱਕੋ ਬਾਟਾ ਉੱਚੀ ਜਾਤੀ ਨੀਵੀਂ ਜਾਤੀ ਸਾਰੀਆਂ ਜਾਤਾਂ ਨੂੰ ਖਤਮ ਕਰਕੇ ਖਾਲਸਾ ਸਜਾ ਦਿੱਤਾ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸੀ ਕੁਦਰਤੀ ਫਿਰ ਵਿਰੋਧ ਹੋਣਾ ਸੀ ਜੀ, ਕਿਉਂਕਿ ਸੱਚ ਦੀ ਗੱਲ ਕੀਤੀ ਜਾ ਰਹੀ ਸੀ ਤੇ ਸੱਚ ਸਾਰਿਆਂ ਨੂੰ ਪ੍ਰਵਾਨ ਨਹੀਂ ਹੁੰਦਾ ਜੀ, ਕਿਉਂਕਿ ਸੱਚ ਸੁਣਨਾ ਬੜਾ ਔਖਾ ਹੈ, ਸੱਚ ਕਹਿਣਾ ਵੀ ਬੜਾ ਔਖਾ ਹੈ। ਅਸੀਂ ਝੂਠ ਸੁਣ ਕੇ ਬੜੇ ਖੁਸ਼ ਹੁੰਦੇ ਹਾਂ, ਕੋਈ ਮੇਰੀ ਸਿਫਤ ਕਰੀ ਜਾਵੇ ਨਾ ਮੈਂ ਬੜਾ ਖੁਸ਼ ਹੋਵਾਂਗਾ, ਪਰ ਜੇਕਰ ਕੋਈ ਮੈਨੂੰ ਸੱਚ ਦਿਖਾ ਦੇਵੇ ਨਾ, ਮੇਰੇ ਔਗਣ ਦੱਸੇ ਤੇ ਮੈਂ ਉਸ ਦੇ ਨਾਲ ਨਾਰਾਜ਼ ਹੋ ਜਾਵਾਂਗਾ ਤੇ ਮੈਂ ਆਖਾਂਗਾ ਕਿ ਇਹ ਮੇਰੇ ਨਾਲ ਕਿਸੇ ਕਾਰਨ ਨਫ਼ਰਤ ਕਰਦਾ ਹੈ। ਪਰ ਅਸਲ ਦੇ ਵਿੱਚ ਸੱਚ ਨੂੰ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ। ਜੋ ਮਨਫੀ ਹੈ ਜੀ ਸਾਡੇ ਵਿੱਚੋਂ, ਬਾਈ ਧਾਰ ਦੇ ਰਾਜੇ ਇਕੱਠੇ ਹੋ ਕੇ ਆਏ, ਸਮੇਂ ਦੇ ਪੁਜਾਰੀ ਪੰਡਤ ਵੀ ਆਏ, ਆਖਿਆ ਸਤਿਗੁਰੂ ਜੀ ਤੁਸੀਂ ਸੋਢੀ ਕੁਲ ਦੇ ਨਾਲ ਸੰਬੰਧਿਤ ਖੱਤਰੀ ਜਾਤ ਦੇ ਨਾਲ ਸੰਬੰਧਿਤ ਹੋ, ਤੁਹਾਨੂੰ ਅਸੀਂ ਗੁਰੂ ਮੰਨ ਲੈਂਦੇ ਹਾਂ, ਪਰ ਸਾਡੀ ਬੇਨਤੀ ਜੀ ਕਿ ਸਾਡਾ ਲੰਗਰ ਵੀ ਵੱਖਰਾ ਹੋ ਜਾਵੇ ਤੇ ਸਾਡਾ ਅੰਮ੍ਰਿਤ ਵੀ ਵੱਖਰਾ ਹੋ ਜਾਵੇ। ਪਹਿਲਾਂ ਸਾਨੂੰ ਅੰਮ੍ਰਿਤ ਛਕਾ ਦਿੱਤਾ ਜਾਵੇ, ਬਾਅਦ ਵਿੱਚ ਤੁਸੀਂ ਜਿਹਨੂੰ ਛਕਾਉਣਾ ਛਕਾ ਦਿਓ, ਸਾਨੂੰ ਲੰਗਰ ਪਹਿਲੀ ਪੰਗਤ ਵਿੱਚ ਬਿਠਾ ਕੇ ਛਕਾ ਦਿੱਤਾ ਜਾਵੇ, ਮਗਰੋਂ ਤੁਹਾਡਾ ਖੁਸ਼ਾ ਤੁਸੀਂ ਕਿਵੇਂ ਕਰਦੇ ਹੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਣਾ ਕੀਤਾ ਸੀ ਕਿ ਇਹੋ ਤਾਂ ਸਮਾਜ ਦੀ ਜਿਹੜੀ ਨਫ਼ਰਤ ਸੀ ਉਸ ਨੂੰ ਦੂਰ ਕਰਨ ਵਾਸਤੇ ਆਏ ਹਾਂ। ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਇਹ ਵਡਿਆਈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਤਾਂ ਨਿਰੰਤਰ 22 ਧਾਰ ਦੇ ਰਾਜਿਆਂ ਵੱਲੋਂ ਵਿਰੋਧਤਾ ਆਰੰਭ ਹੋਈ ਜੀ। ਤੁਸੀਂ ਹੈਰਾਨ ਹੋਵੋਗੇ ਕਿ ਇਹੋ ਹੀ 22 ਧਾਰ ਦੇ ਰਾਜੇ ਜਿਨ੍ਹਾਂ ਦਾ ਮੁਖੀ ਭੀਮ ਚੰਦ ਸੀ, ਉਸ ਦਾ ਦਾਦਾ ਰਤਨ ਚੰਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਦੇ ਵਿੱਚੋਂ ਇੱਕ ਉਹ ਵੀ ਰਿਹਾ ਕਰਾ ਕੇ ਬਾਹਰ ਲਿਆਂਦਾ ਸੀ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪੋਤਰਾ ਰਤਨ ਚੰਦ ਦਾ ਪੋਤਰਾ ਹੁਣ ਭੀਮ ਚੰਦ ਉਸੇ ਹੀ ਗੁਰੂ ਦੇ ਉੱਪਰ ਜਾਂ ਗੁਰੂ ਦੇ ਪੋਤਰੇ ਦੇ ਉੱਪਰ ਹਮਲੇ ਕਰਦਾ ਪਿਆ, ਜਿਨੇ ਦਾਦੇ ਨੂੰ ਬਾਹਰ ਲੈ ਕਰ ਆਉਣਾ ਕੀਤਾ ਸੀ। ਸੋ ਇਸ ਪ੍ਰਕਾਰ ਦਾ ਕਾਰਜ ਨਿਰੰਤਰ 22 ਧਾਰ ਦੇ ਰਾਜਿਆਂ ਵੱਲੋਂ ਹਮਲੇ ਹੁੰਦੇ ਆਏ। ਔਰੰਗਜ਼ੇਬ ਜਿਹੜਾ ਦੱਖਣ ਦੀ ਮੁਹਿੰਮ ਜਾਂ ਜਿਹੜਾ ਉਧਰ ਦਾ ਵਿਰੋਧ ਸੀ ਉੱਥੇ ਰੁੱਝਿਆ ਹੋਇਆ ਸੀ। ਜਦੋਂ ਪੰਜਾਬ ਤੋਂ ਉਹਨੂੰ ਚਿੱਠੀਆਂ ਪ੍ਰਾਪਤ ਹੋਈਆਂ ਤੇ ਉਸਨੇ ਸੋਚਿਆ ਕਿ ਦੱਖਣ ਤਾਂ ਪਹਿਲਾਂ ਹੀ ਸੰਭਾਲਿਆ ਨਹੀਂ ਜਾ ਰਿਹਾ, ਜੇਕਰ ਪੰਜਾਬ ਦੇ ਵਿੱਚ ਵੀ ਕੋਈ ਵੱਡੀ ਗੜਬੜ ਪੈਦਾ ਹੋ ਗਈ ਤੇ ਫਿਰ ਦੋਵਾਂ ਥਾਵਾਂ ਤੇ ਸੰਭਾਲ ਅਤ ਮੁਸ਼ਕਲ ਹੋਵੇਗੀ। ਸੋ ਉਸਨੇ ਆਪਣੇ ਅਹਿਲਕਾਰ ਤੋਰੇ ਹਨ, ਨਾਲ ਨਾਲ ਜਿਤਨੇ ਵੀ ਪੰਜਾਬ ਦੇ ਵਿੱਚ ਸੂਬੇਦਾਰ ਸੀ ਉਹਨਾਂ ਨੂੰ ਚਿੱਠੀਆਂ ਪ੍ਰਾਪਤ ਹੋਈਆਂ। ਇਸ ਤੋਂ ਪਹਿਲਾਂ ਇੱਕ ਜਿਹੜੀ ਜੰਗ ਸੀ ਨਾ 1704 ਦੇ ਵਿੱਚ ਮਾਰਚ ਮਹੀਨੇ ਵਿੱਚ ਖਤਮ ਹੋਈ ਸੀ, ਜਿਸ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਉਹਨਾਂ ਦੀ ਜਿਹੜੀ ਘਰਵਾਲੀ ਸੀ ਉਸ ਦਾ ਭਰਾ ਸੈਦ ਖਾਨ ਚੜ੍ਹ ਕੇ ਆਇਆ ਸੀ। ਪਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਹਥਿਆਰ ਸੁੱਟ ਕੇ ਹਥਿਆਰਾਂ ਨੂੰ ਛੱਡ ਕੇ ਤੇ ਉਹ ਇੱਕ ਉਦਾਸੀ ਇੱਕ ਸਾਧੂ ਬਣ ਕੇ ਵਿਰਾਗੀ ਬਣ ਕੇ ਜੰਗਲਾਂ ਪਹਾੜਾਂ ਨੂੰ ਚਲਿਆ ਗਿਆ ਸੀ, ਜੰਗ ਛੱਡ ਦਿੱਤੀ। ਰਮਜ਼ਾਨ ਖਾਨ ਨੇ ਫਿਰ ਸਾਰੀ ਕਮਾਂਡ ਸੰਭਾਲੀ ਤੇ ਸੰਗਤ ਜੀ ਇੱਕ ਰਾਤ ਵਾਸਤੇ ਸਿੰਘਾਂ ਨੂੰ ਆਨੰਦਪੁਰ ਜਿਹੜਾ ਸੀ ਉਦੋਂ ਖਾਲੀ ਵੀ ਕਰਨਾ ਪਿਆ ਸੀ। ਜਦੋਂ ਫੌਜਾਂ ਜਿਹੜੀਆਂ ਦਿੱਲੀ ਤੋਂ ਆਈਆਂ ਸੀ ਰਮਜ਼ਾਨ ਖਾਨ ਦੀ ਅਗਵਾਈ ਦੇ ਵਿੱਚ, ਉਹ ਰਾਤ ਸੌਂ ਗਈਆਂ। ਸਿੰਘਾਂ ਨੇ ਹਮਲਾ ਕੀਤਾ, ਆਪਣਾ ਮਾਲ ਜਿਹੜਾ ਸੀ ਉਹ ਵੀ ਵਾਪਸ ਲਿਆ, ਉਹਨਾਂ ਦੇ ਹਥਿਆਰ ਵੀ ਲੁੱਟੇ ਤੇ ਬੁਰੀ ਤਰ੍ਹਾਂ ਉਹਨਾਂ ਨੂੰ ਮਾਰ-ਮਾਰ ਕੇ ਭਜਾਉਣਾ ਕੀਤਾ ਤੇ ਫਿਰ ਵਾਪਸ ਆਨੰਦਪੁਰ ਸਾਹਿਬ ਜੀ ਦੇ ਵਿੱਚ ਪਹੁੰਚ ਜਾਂਦੇ ਹਨ। ਖਿਆਲ ਕਰਦੇ ਚੱਲਿਓ ਜੀ, ਜਿਨ੍ਹਾਂ ਨੇ ਨਿਰੰਤਰ ਇਤਿਹਾਸ ਸਰਵਣ ਕੀਤਾ ਉਹ ਜ਼ਰੂਰ ਛੇਤੀ ਸਮਝਣਗੇ ਕਿ ਮਾਰਚ ਮਹੀਨੇ ਦੇ ਵਿੱਚ ਇਹ ਜੰਗ ਖਤਮ ਹੋਈ, ਅਪ੍ਰੈਲ ਦਾ ਮਹੀਨਾ ਲੰਘਿਆ ਜੀ ਤੇ ਮਈ ਦੇ ਵਿੱਚ ਫਿਰ ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪੈ ਗਿਆ ਜੀ। ਇਹ ਆਨੰਦਾਂ ਦੀ ਪੁਰੀ
ਜਿੱਥੇ ਗਮ ਕੋਈ ਨਹੀਂ ਜੀ। ਜਿੱਥੇ ਸਤਿਗੁਰੂ ਜੀ ਨੇ ਨਿਰੰਤਰ 29 ਸਾਲ ਦਾ ਜਿਹੜਾ ਸਮਾਂ ਸੀ ਉਹ ਬਤੀਤ ਕੀਤਾ, ਇੱਥੇ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ੀਸ਼ ਦੇ ਸੰਸਕਾਰ ਕੀਤੇ ਗਏ ਸਨ ਤੇ ਨਾਲ ਹੀ ਅਨੇਕਾਂ ਪ੍ਰਕਾਰ ਦੇ ਕੌਤਕ ਰਣਜੀਤ ਨਗਾਰਾ ਇੱਥੇ ਹੀ ਮੜਿਆ ਗਿਆ। ਉਸ ਨੂੰ ਇਸ ਜਗ੍ਹਾ ਦੇ ਉੱਪਰ ਫਿਰ ਸਥਾਪਿਤ ਵੀ ਕੀਤਾ ਗਿਆ। ਪੰਜਾਂ ਪਿਆਰਿਆਂ ਦੀ ਚੋਣ ਵੀ ਹੋਈ। ਤਿੰਨ ਸਾਹਿਬਜ਼ਾਦਿਆਂ ਦਾ ਜਨਮ ਵੀ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਹੋਇਆ। ਤਾਂ ਮਈ 1704 ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਵੱਡੀ ਗਿਣਤੀ ਦੇ ਜਿਹੜੀਆਂ ਫੌਜਾਂ ਸੀ ਨਾ, ਉਹਨਾਂ ਨੇ ਘੇਰਾ ਪਾ ਲਿਆ ਜੀ। ਤੇ ਵਿਦਵਾਨ ਗਿਣਤੀ 10 ਲੱਖ ਤੋਂ ਵਧੇਰੇ ਲਿਖਦੇ। ਉਦੋਂ ਤੱਕ ਸਤਿਗੁਰੂ ਜੀ ਦੇ ਕੋਲ ਜਦੋਂ ਘੇਰੇ ਦੀ ਆਰੰਭਤਾ ਹੋਈ, ਸਤਿਗੁਰੂ ਜੀ ਦੇ ਕੋਲ ਸਭੋ 10,000 ਫੌਜਾਂ ਹਨ। ਘੇਰਾ ਚੱਲਦਾ ਗਿਆ। ਇਸ ਘੇਰੇ ਦੇ ਵਿੱਚ ਭਾਈ ਕਨ੍ਹਈਆ ਜੀ ਵਾਲੇ ਕੌਤਕ ਵੀ ਹੋਏ ਹਨ। ਅਨੇਕਾਂ ਪ੍ਰਕਾਰ ਦੇ ਹੋਰ ਵੀ ਕਾਰਜ ਹੋਏ। ਅੰਦਰੋਂ ਵੀ ਜਿਹੜਾ ਦਾਣਾ ਫੱਕਾ ਸੀ ਮੁੱਕਦਾ ਜਾ ਰਿਹਾ। ਬਾਹਰ ਜਿਹੜੀਆਂ ਫੌਜਾਂ ਉਹਨਾਂ ਦੀ ਹਾਲਤ ਵੀ ਚੰਗੀ ਨਹੀਂ, ਕਿਉਂਕਿ ਮਈ ਦੇ ਵਿੱਚ ਜਿਹੜਾ ਘੇਰਾ ਆਰੰਭ ਹੋਇਆ, ਸਾਰੀਆਂ ਗਰਮੀਆਂ ਗੁਜ਼ਰੀਆਂ, ਸਮੁੱਚੀ ਬਰਸਾਤ ਵੀ ਗੁਜ਼ਰੀ ਸੀ, ਤਨਖਾਹਾਂ ਵੀ ਨਹੀਂ ਸੀ ਪ੍ਰਾਪਤ ਹੋ ਰਹੀਆਂ ਫੌਜ ਨੂੰ, ਤੇ ਉਧਰੋਂ ਬਿਮਾਰੀਆਂ ਵੀ ਲੱਗਦੀਆਂ ਪਈਆਂ ਸੀ। ਸੋ ਸਾਰੇ ਚਾਹੁੰਦੇ ਸਨ ਕਿ ਛੇਤੀ ਤੋਂ ਛੇਤੀ ਇਹ ਜਿਹੜਾ ਕੰਮ ਹੈ ਨਾ, ਇਹ ਕਿਸੇ ਨਾ ਕਿਸੇ ਨਤੀਜੇ ਦੇ ਉੱਪਰ ਮੁਹਿੰਮ ਪਹੁੰਚ ਜਾਵੇ। ਤਾਂ ਜਿਹੜੇ 22 ਧਾਰ ਦੇ ਰਾਜੇ ਸੀ, ਇਹਨਾਂ ਵੱਲੋਂ ਫਿਰ ਸਾਲਗ੍ਰਾਮ ਤੇ ਆਟੇ ਦੀ ਗਾਂ ਬਣਾ ਕਰ ਧਰਮ ਇੱਕ ਵਾਰ ਫਿਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਹੈ। ਤੇ ਬੇਨਤੀ ਕੀਤੀ ਕਿ ਜੇਕਰ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦੇਵੋ ਨਾ, ਤਾਂ ਰਸਤਾ ਕੋਈ ਵੀ ਨਹੀਂ ਰੋਕਦਾ ਹੋਵੇਗਾ। ਤੁਸੀਂ ਜਿੱਧਰ ਜਾਣਾ ਚਾਹੁੰਦੇ ਹੋ ਉਸ ਪਾਸੇ ਤੁਸੀਂ ਜਾ ਸਕਦੇ ਹੋ। ਪਰ ਸਤਿਗੁਰੂ ਜੀ ਨੂੰ ਇਹਨਾਂ ਦੀਆਂ ਕਸਮਾਂ ਦੇ ਉੱਪਰ ਕੋਈ ਭਰੋਸਾ ਨਹੀਂ। ਸਤਿਗੁਰੂ ਜੀ ਨੇ ਕਹਿ ਦਿੱਤਾ ਜਿਹੜੀ ਗਾਂ ਹੈ ਉਹ ਤਾਂ ਪਸ਼ੂ ਹੈ, ਉਸ ਦੀ ਕਸਮ ਦਾ ਕੀ ਭਰੋਸਾ। ਸੋ ਇਹ ਜਿਹੜੀ 22 ਧਾਰ ਦੇ ਰਾਜਿਆਂ ਦੀ ਇੱਕ ਚਾਲ ਸੀ, ਇਹ ਸਫਲੀ ਹੋ ਗਈ ਜੀ। ਅੰਦਰ ਸਿੱਖਾਂ ਨੇ ਬੇਨਤੀਆਂ ਵੀ ਕੀਤੀਆਂ, ਸਤਿਗੁਰੂ ਜੀ ਜੇਕਰ 22 ਧਾਰ ਦੇ ਰਾਜੇ ਇਹ ਗੱਲ ਕਹਿ ਰਹੇ ਹਨ ਤੇ ਫਿਰ ਸਾਨੂੰ ਕਿਲਾ ਛੱਡ ਦੇਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਆਖਿਆ ਸਮੇਂ ਦੀ ਉਡੀਕ ਕਰੋ, ਮਾਲਕ ਜੀ ਆਪੇ ਭਲੀ ਕਰਨਗੇ ਜੀ। ਹੁਣ ਔਰੰਗਜ਼ੇਬ ਵੱਲੋਂ ਇੱਕ ਚਿੱਠੀ ਪਹੁੰਚੀ ਹੈ, ਜਿਸ ਦੇ ਵਿੱਚ ਕੁਰਾਨ ਸ਼ਰੀਫ ਦੇ ਪਹਿਲੇ ਪੰਨੇ ਦੇ ਉੱਪਰ ਲਿਖਿਆ ਹੈ ਔਰੰਗਜ਼ੇਬ ਨੇ ਕਿ ਜੇਕਰ ਤੁਸੀਂ ਆਨੰਦਗੜ੍ਹ ਕਿਲਾ ਛੱਡ ਕੇ ਦੀਨਾ ਕਾਂਗੜ ਇਲਾਕੇ ਦੇ ਵਿੱਚ ਆਉਂਦੇ ਹੋ ਤੇ ਮੈਂ ਆਪ ਜੀ ਨੂੰ ਉਧਰ ਮਿਲਣਾ ਚਾਹਾਂਗਾ। ਹੁਣ ਅੱਜ ਫੇਰ ਇੱਕ ਧਰਮ ਪਹੁੰਚਿਆ ਤੇ ਇੱਥੇ ਬੇਨਤੀ ਕਰੀਏ। ਕਈ ਵਾਰ ਅਸੀਂ ਕਹਿ ਜਾਂਦੇ ਹਾਂ ਕਿ ਸਤਿਗੁਰੂ ਜੀ ਦੇ ਨਾਲ ਧੋਖਾ ਹੋਇਆ, ਸਤਿਗੁਰੂ ਜੀ ਦੇ ਨਾਲ ਛਲ ਹੋ ਗਿਆ। ਜੇਕਰ ਗੁਰੂ ਹੀ ਧੋਖੇ ਦੇ ਵਿੱਚ ਆ ਜਾਵੇ, ਜੇਕਰ ਗੁਰੂ ਹੀ ਛਲਿਆ ਜਾਵੇ, ਤੇ ਫਿਰ ਸਿੱਖ ਸੇਵਕ ਜਿਹੜੇ ਕਿਵੇਂ ਧੋਖੇ ਤੋਂ ਰਹਿ ਸਕਦੇ ਜੀ। ਸੋ ਗੁਰੂ ਜੀ ਦੇ ਨਾਲ ਕੋਈ ਧੋਖਾ ਨਹੀਂ ਹੋਇਆ, ਸਗੋਂ ਧਰਮ ਪਹੁੰਚਿਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਧਰਮ ਦੇ ਅਨੁਸਾਰ, ਧਰਮ ਦੇ ਕਿਉਂਕਿ ਉਹ ਪਹਿਰੇਦਾਰ ਬਣ ਕੇ ਸੰਸਾਰ ਤੇ ਆਏ ਸਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 6 ਤੇ 7 ਪੋਹ ਦੀ ਵਿਚਕਾਰਲੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਜਿਹੜਾ ਕਿਲਾ ਹੈ ਇਹ ਛੱਡਣ ਦੀ ਫਿਰ ਜਿਹੜਾ ਐਲਾਨ ਕੀਤਾ ਗਿਆ ਜੀ। ਪਹਿਲਾਂ ਇੱਕ ਦਿਨ ਰਾਜਿਆਂ ਦੀ ਪਰਖ ਕਰਨ ਵਾਸਤੇ ਕੂੜ ਕਬਾੜ ਸਾਰਾ ਗੱਡਿਆਂ ਤੇ ਲੱਦ ਕੇ ਭੇਜਿਆ ਸੀ। ਕਸਮਾਂ ਭੁੱਲ ਕੇ ਸਾਰੇ ਉਸ ਤੇ ਟੁੱਟ ਪਏ ਸਨ, ਸ਼ਰਮਿੰਦੇ ਹੋਏ। ਆਖਰ ਵੱਡੀਆਂ ਕਸਮਾਂ ਜਦੋਂ ਪਹੁੰਚੀਆਂ ਤੇ ਇੱਥੇ ਨਾਲ ਬੇਨਤੀ ਕਰਦੇ ਚੱਲੀਏ, ਕਈ ਵਾਰ ਨਾ ਸਾਡੇ ਇਤਿਹਾਸ ਵਿੱਚ ਲਿਖਤਾਂ ਇਸ ਪ੍ਰਕਾਰ ਦੀਆਂ ਹੁੰਦੀਆਂ ਕਿ ਇੱਥੇ ਜਿਹੜਾ ਸੀ ਉਹ ਸਤਿਗੁਰੂ ਜੀ ਨੂੰ ਕੁਝ ਜਿਹੜੇ ਮਾਝੇ ਦੇ ਸਿੰਘ ਸੀ ਨਾ, ਉਹ ਵਿਦਾਵਾ ਲਿਖ ਕੇ ਦੇ ਕੇ ਘਰ ਨੂੰ ਆ ਗਏ। ਹੁਣ ਸਤਿਗੁਰੂ ਜੀ ਦੇ ਕੋਲ ਕੱਲੇ ਮਾਝੇ ਦੇ ਸਿੱਖ ਥੋੜੇ ਸਨ, ਮਾਲਵੇ ਦੇ ਵੀ ਸੀ, ਦੁਆਬੇ ਦੇ ਵੀ ਸੀ, ਪੰਜਾਬ ਤੋਂ ਬਾਹਰੋਂ ਵੀ ਸਿੱਖ ਆਏ ਸਨ ਜਿਹੜੇ ਸਤਿਗੁਰੂ ਜੀ ਦੇ ਕੋਲ ਬੈਠੇ ਸਨ। ਤਾਂ ਕੀ ਇਕੱਲੀ ਭੁੱਖ ਮਾਝੇ ਦੇ ਸਿੱਖਾਂ ਨੂੰ ਲੱਗੀ ਜੀ? ਕੀ ਸਿਰਫ ਭੁੱਖ ਤੋਂ ਆਤਰ ਮਾਝੇ ਦੇ ਸਿੱਖ ਹੋਏ, ਬਾਕੀ ਕਿਸੇ ਹੋਰ ਸਿੱਖ ਨੂੰ ਭੁੱਖ ਨਹੀਂ ਲੱਗੀ ਜੀ? ਸਿਰਫ ਇੱਕ ਜਿਹੜੀ ਪਹਿਲੀ ਜੰਗ ਸੀ ਨਾ, ਜਿਸ ਦੇ ਵਿੱਚ ਕੇਸਰੀ ਚੰਦ ਹਾਥੀ ਲੈ ਕੇ ਆਇਆ ਸੀ, ਉਸ ਜੰਗ ਦੇ ਵਿੱਚ ਦੁਨੀ ਚੰਦ ਤੇ ਉਸ ਦੇ ਜਿਹੜੇ ਕੋਈ ਸਾਥੀ ਸੀ ਉਹ ਬਾਹਰ ਨਿਕਲੇ ਸਨ। ਇਹ ਜੰਗ ਦੇ ਵਿੱਚ ਕੋਈ ਵੀ ਨਹੀਂ ਬਾਹਰ ਨਿਕਲਿਆ ਤੇ ਨਾ ਹੀ ਕਿਸੇ ਪ੍ਰਕਾਰ ਦਾ ਵਿਦਾਵਾ ਲਿਖਿਆ ਗਿਆ ਜੀ। ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ਪੜ੍ਹਿਓ ਜੀ। ਮੌਜੂਦਾ ਢਾਡੀ ਹਨ ਸਿੱਖ ਕੌਮ ਦੇ ਵਿਦਵਾਨ,
ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸੋਹਲ ਸਾਹਿਬ, ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ। ਸਮੁੱਚੇ ਇਸ ਵਿਦਾਵੇ ਦੇ ਸੰਬੰਧ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਸਾਰੇ ਹਵਾਲੇ ਦੇ ਕਰ ਤੇ ਫਿਰ ਇਹ ਜਿਹੜੀ ਗੱਲ ਕਿੱਥੇ ਹੋਈ, ਕਿਵੇਂ ਹੋਈ, ਉਸ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ। ਫਿਰ ਵੇਖੀਏ ਨਾ, ਅਸੀਂ ਆਪਣੇ ਮਨ ਦੇ ਵਿੱਚ ਵੀ ਵਿਚਾਰ ਕਰਕੇ ਕਿ ਅਸੀਂ ਜੰਕਾਰੇ ਵੀ ਛੱਡ ਦਿੰਦੇ ਹਾਂ, ਅਸੀਂ ਕਈਆਂ ਗੱਲਾਂ ਦੇ ਉੱਪਰ ਵਿਸ਼ਵਾਸ ਵੀ ਕਰ ਜਾਂਦੇ। ਇਹ ਇਤਿਹਾਸ ਸਾਡਾ ਕਿਸ ਪ੍ਰਕਾਰ ਦਾ ਲਿਖਿਆ ਗਿਆ ਕਿ ਜਿਹੜੇ ਗੁਰੂ ਜੀ ਦੇ ਨਾਲ ਸਿੰਘ ਸਨ ਉਹ ਇਸ ਪ੍ਰਕਾਰ ਦੇ ਸੀ ਕਿ 4 ਫੁਲਕੀਆਂ ਪਿੱਛੇ, 4 ਰੋਟੀਆਂ ਪਿੱਛੇ ਆਪਣੇ ਗੁਰੂ ਨੂੰ ਛੱਡ ਕੇ ਆ ਗਏ। ਕਿੱਡਾ ਵੱਡੀ ਉਲਾਮਾ, ਕਿੱਡੀ ਵੱਡੀ ਤੋਮਤ ਸਾਡੇ ਤੇ ਲੱਗ ਰਹੀ ਜੀ। ਭਾਵੇਂ ਉਹ ਚਲੋ ਕਿਸੇ ਵੀ ਇਲਾਕੇ ਦੇ ਸਿੱਖ ਅਸੀਂ ਕਹਿ ਲਈਏ ਕਿ 4 ਰੋਟੀਆਂ ਕਰਕੇ, ਪ੍ਰਸ਼ਾਦਿਆਂ ਕਰਕੇ ਗੁਰੂ ਨੂੰ ਛੱਡ ਕੇ ਸਿੱਖ ਆ ਗਏ ਜੀ। ਹੈਰਾਨੀ ਹੁੰਦੀ ਜੀ ਜਦੋਂ ਇਸ ਪ੍ਰਕਾਰ ਦਾ ਇਤਿਹਾਸ ਪੜ੍ਹਿਆ ਜਾਂਦਾ। ਵਿਦਾਵਾ ਲਿਖਿਆ ਗਿਆ ਪਰ ਖਿਦਰਾਣੇ ਦੀ ਢਾਬ ਦੇ ਕੋਲ ਹੀ ਲਿਖਿਆ ਗਿਆ ਤੇ ਉਦੋਂ ਹੀ ਸਤਿਗੁਰੂ ਜੀ ਨੇ ਭਾਈ ਮਹਾ ਸਿੰਘ ਜੀ ਦੇ ਕਹਿਣ ਤੇ ਉਹ ਵਿਦਾਵਾ ਪਾੜ ਵੀ ਦਿੱਤਾ ਜੀ। ਖੈਰ ਇਹ ਵਿਸ਼ੇ ਅਲੱਗ ਹਨ। ਇਤਿਹਾਸ ਨਿਰੰਤਰ ਪਰਚੋਲ ਤੇ ਇਤਿਹਾਸ ਨਿਰੰਤਰ ਵਿਚਾਰਾ ਮੰਗਦਾ ਜੀ। ਸਤਿਗੁਰੂ ਜੀ ਨੇ 6 ਤੇ 7 ਪੋਹ ਦੀ ਵਿਚਕਾਰਲੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣ ਵਾਸਤੇ ਕਹਿ ਦਿੱਤਾ ਤੇ ਜਿਵੇਂ ਆਰੰਭ ਦੇ ਵਿੱਚ ਵੀ ਬੇਨਤੀ ਕੀਤੀ ਕਿ 10,000 ਖਾਲਸਾ ਫੌਜਾਂ ਸਤਿਗੁਰੂ ਜੀ ਦੇ ਨਾਲ ਸਨ। ਇਹਨਾਂ 8 ਕੁ ਮਹੀਨਿਆਂ ਦੇ ਵਿੱਚ ਮਈ ਤੋਂ ਲੈ ਕੇ ਦਸੰਬਰ ਤੱਕ ਚਲਦਿਆਂ ਤਕਰੀਬਨ 9500 ਸਿੰਘ ਜਿਹੜਾ ਸੀ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣ ਲੱਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਭੋ 500 ਸਿੰਘ ਸੂਰਮੇ ਹਨ ਜੀ। ਸਭ ਤੋਂ ਅੱਗੇ ਪਰਿਵਾਰ ਚੱਲਿਆ, ਵਹੀਰ ਚੱਲਦੀ ਜਾਂਦੀ, ਸਿੰਘਾਂ ਦੇ ਜਥੇ ਚੱਲਦੇ ਜਾਂਦੇ ਤੇ ਸਭ ਤੋਂ ਅਖੀਰ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਦਾ ਜਥਾ ਜਿਹੜਾ ਉਹ ਨਿਕਲਦਾ, ਕਿਉਂਕਿ ਮੁਗਲਾਂ ਨੇ ਹਮਲਾ ਮਗਰੋਂ ਕਰਨਾ ਹੈ। ਅਜੇ ਕੀਰਤਪੁਰ ਸਾਹਿਬ ਜੀ ਨੂੰ ਪਾਰ ਹੀ ਕੀਤਾ ਤੇ ਮੁਗਲ ਸੈਨਾ ਨੇ ਸਾਰੀਆਂ ਕਸਮਾਂ ਭੁਲਾ ਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਪਰੋਂ ਹਮਲਾ ਕਰ ਦਿੱਤਾ, ਮਗਰੋਂ ਹਮਲਾ ਕਰ ਦਿੱਤਾ। ਭਾਈ ਉਦੇ ਸਿੰਘ ਤੇ ਬਾਬਾ ਅਜੀਤ ਸਿੰਘ ਜੀ 100 ਕੁ ਸਿਪਾਹੀਆਂ ਦਾ ਜਥਾ ਲੈ ਕਰ ਟਿੱਬੀ ਸਾਹਿਬ ਜੀ ਦੇ ਪਾਵਨ ਸਥਾਨ ਤੇ ਇਸ ਮੁਗਲਾਂ ਦੇ ਹਮਲੇ ਨੂੰ ਰੋਕਦੇ ਤਾਂ ਕਿ ਗੁਰੂ ਜੀ ਸਮੇਤ ਬਾਕੀ ਜਿਹੜੇ ਸਿੰਘ ਹਨ ਉਹ ਅਗਾਂਹ ਤੋਂ ਅਗਾਂਹ ਤੁਰ ਪੈਣ ਜੀ। ਅੱਗੇ ਸਰਸਾ ਦਰਿਆ ਆ ਗਿਆ ਤੇ ਸਰਸਾ ਦੇ ਵਿੱਚ ਹੜ੍ਹ ਆਇਆ ਹੋਇਆ ਸੀ। ਪਿੱਛੋਂ ਮੁਗਲ ਫੌਜਾਂ ਚੜੀਆਂ ਆ ਰਹੀਆਂ, ਅਗਲੇ ਬੰਨੇ ਸਰਸਾ ਦੇ ਵਿੱਚ ਪਾਣੀ ਚੜਿਆ ਹੋਇਆ ਤੇ ਉਧਰੋਂ ਨਗਾਰਾ ਵਜਾਉਣ ਵਾਲੇ ਨੇ ਅੰਮ੍ਰਿਤ ਵੇਲੇ ਦਾ ਜਿਹੜਾ ਨਗਾਰਾ ਸੀ ਵਜਾ ਦਿੱਤਾ ਕਿ ਅੰਮ੍ਰਿਤ ਵੇਲਾ ਹੋ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਬੈਠਿਆ ਜਾਵੇ ਤੇ ਬੈਠ ਕਰ ਇੱਥੇ ਫਿਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਵੇ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਜਾਵੇ ਜੀ। ਸਿੰਘਾਂ ਨੇ ਬੇਨਤੀ ਕੀਤੀ, ਸੱਚਿਆ ਪਾਤਸ਼ਾਹ ਪਿੱਛੋਂ ਮੁਗਲਈਆ ਚੜ ਕੇ ਆ ਰਿਹਾ, ਮੁਲਖਈਆ ਚੜਿਆ ਆ ਰਿਹਾ, ਤੁਸੀਂ ਆਖਦੇ ਹੋ ਇੱਥੇ ਬੈਠਿਆ ਜਾਵੇ, ਕਿਉਂ ਨਾ ਯਤਨ ਕਰੀਏ ਤੇ ਸਰਸਾ ਨੂੰ ਪਾਰ ਕਰ ਲਈਏ। ਜੇਕਰ ਇੱਥੇ ਖਲੋਤੇ ਰਹਿ ਗਏ ਤੇ ਪਤਾ ਨਹੀਂ ਕਿੰਨਾ ਕੋ ਨੁਕਸਾਨ ਹੋ ਸਕਦਾ। ਸਤਿਗੁਰੂ ਜੀ ਨੇ ਆਖਿਆ ਸਰੀਰਕ ਜਾਂ ਪਦਾਰਥਾਂ ਦਾ ਨੁਕਸਾਨ ਕੁਝ ਵੀ ਨਹੀਂ, ਉਸ ਦੀ ਪੂਰਤੀ ਹੋ ਜਾਵੇਗੀ। ਪਰ ਜੇਕਰ ਬਾਣੀ ਦੇ ਨਾਲੋਂ ਟੁੱਟ ਗਏ, ਜੇਕਰ ਨਿਤਨੇਮ ਸਾਡਾ ਛੁੱਟ ਗਿਆ, ਜੇਕਰ ਅੰਮ੍ਰਿਤ ਵੇਲਾ ਸਾਡਾ ਖੁੰਝ ਗਿਆ ਨਾ ਤੇ ਉਹ ਜਿਹੜਾ ਘਾਟਾ ਉਹ ਕਦੇ ਵੀ ਪੂਰਾ ਨਹੀਂ ਹੋਵੇਗਾ ਜੀ। ਤੇ ਬੇਨਤੀ ਬੜੀ ਵਾਰ ਕੀਤੀ ਜੀ ਕਿ ਅਸੀਂ ਰਿਸ਼ਤੇਦਾਰਾਂ ਦੇ ਕੋਲ ਗਏ ਹੋਈਏ, ਰਿਸ਼ਤੇਦਾਰ ਚੱਲ ਕੇ ਸਾਡੇ ਘਰ ਆਏ ਹੋਵਨ, ਘਰ ਦੇ ਵਿੱਚ ਕੋਈ ਖੁਸ਼ੀ ਦਾ ਕਾਰਜ ਹੋਵੇ, ਗਮੀ ਦਾ ਕਾਰਜ ਹੋਵੇ ਨਾ, ਤੇ ਦੋਨੋਂ ਹੀ ਵੇਲੇ ਸੋਦਾ ਰਹਿਰਾਸ ਸਾਹਿਬ ਜੀ ਦਾ ਵੇਲਾ ਤੇ ਅੰਮ੍ਰਿਤ ਵੇਲਾ ਦੋਵੇਂ ਹੀ ਅਸੀਂ ਖੁੰਝਾ ਕਰ ਬੈਠੇ ਹੁੰਦੇ ਹਾਂ। ਕਿਉਂਕਿ ਦੇਰ ਰਾਤ ਤੱਕ ਗੱਲਾਂ ਕਰਦੇ, ਸ਼ਾਮਾਂ ਨੂੰ ਪ੍ਰਸ਼ਾਦਾ ਪਾਣੀ ਛਕਿਆ ਜਾ ਰਿਹਾ ਹੁੰਦਾ ਜੀ, ਉਹ ਰਹਿਰਾਸ ਦਾ ਪਾਠ ਵੀ ਰਹਿ ਗਿਆ ਜੀ। ਸਵੇਰ ਤੱਕ ਅਸੀਂ ਜਾਗਦੇ ਰਹੇ, ਗੱਲਾਂ ਕਰਦੇ ਰਹੇ, ਮਨੇਰੇ ਜਾ ਕੇ ਸੌਂ ਗਏ ਜੀ, ਤਾਂ ਅੰਮ੍ਰਿਤ ਵੇਲੇ ਦੀ ਸੰਭਾਲ ਵੀ ਨਹੀਂ ਕਰ ਪਾਏ ਜੀ। ਕਾਸ਼ ਇਸ ਪ੍ਰਕਾਰ ਹੋਵੇ ਕਿ ਜਦੋਂ ਅਸੀਂ ਕਿਸੇ ਕੋਲ ਜਾਈਏ, ਕੋਈ ਸਾਡੇ ਕੋਲ ਆਇਆ ਹੋਵੇ ਨਾ ਤੇ ਆਖੀਏ ਚਲੋ ਵਿਚਾਰਾਂ ਕਰ ਲੀਆਂ, ਗੱਲਾਂ ਬਾਤਾਂ ਕਰ ਲੀਆਂ, ਹੁਣ ਰਹਿਰਾਸ ਸਾਹਿਬ ਜੀ ਦਾ ਵੇਲਾ ਹੈ, ਚਲੋ ਇਕੱਠੀਆਂ ਬੈਠ ਕੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ। ਅੱਜ ਸਵੱਬੀ ਮੇਲ ਹੋਇਆ, ਚਲੋ ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ, ਪਰ ਰਹਿ ਜਾਂਦਾ ਜੀ ਹੋਣਗੇ ਗੁਰਮੁਖ ਪਿਆਰੇ ਹੈਨ ਵਿਰਲੇ, ਨਾਹੀਂ ਖਣੇ ਪੈਲ ਫਕੜ ਸੰਸਾਰ,
ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਵਣਗੇ, ਭਾਵੇਂ ਜੀਵਨ ਦਾ ਕੋਈ ਵੀ ਪੜਾਅ ਹੋਵੇ। ਸਤਿਗੁਰੂ ਜੀ ਨੇ ਇੱਥੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਬਾਰੇ ਸਤਿਗੁਰੂ ਜੀ ਨੇ ਸੁਚੇਤ ਕੀਤਾ। ਫੌਜਾਂ ਪਿੱਛੋਂ ਚੜੀਆਂ ਆ ਰਹੀਆਂ ਸੀ। ਭਾਈ ਉਦੇ ਸਿੰਘ ਜੀ ਨੇ ਸੁਨਾਹ ਦੇ ਕਰ ਬਾਬਾ ਅਜੀਤ ਸਿੰਘ ਜੀ ਨੂੰ ਅੱਗੇ ਭੇਜ ਦਿੱਤਾ। ਇਸ ਮੈਦਾਨੇ ਜੰਗ ਦੇ ਵਿੱਚ ਬਾਬਾ ਉਦੇ ਸਿੰਘ ਜੀ 100 ਸਿੰਘਾਂ ਸਮੇਤ ਸ਼ਹਾਦਤ ਪ੍ਰਾਪਤ ਕਰਦੇ ਹਨ। ਤੇ ਇੱਥੇ 3 ਤਰਫੀ ਜੰਗ ਚੱਲਦੀ ਪਈ ਸੰਗਤ ਜੀ। ਭਾਈ ਬਚਿੱਤਰ ਸਿੰਘ ਜੀ ਕੋ ਸੂਰਮਿਆਂ ਸਮੇਤ ਦਰਿਆ ਪਾਰ ਕਰਕੇ ਜਿਹੜੀ ਰੋਪੜ ਵਾਲੇ ਪਾਸੇ ਤੋਂ ਫੌਜ ਆ ਰਹੀ ਉਸ ਨੂੰ ਰੋਕ ਰਹੇ ਹੁੰਦੇ ਹਨ। ਟਿੱਬੀ ਸਾਹਿਬ ਜੀ ਦੇ ਪਾਵਨ ਸਥਾਨ ਤੇ ਭਾਈ ਉਦੇ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਡਟੇ ਹੋਏ ਤੇ ਸਰਸਾ ਦੇ ਕਿਨਾਰੇ ਦੇ ਉੱਪਰ ਭਾਈ ਜੈਤਾ ਜੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਭਾਈ ਜੀਵਨ ਸਿੰਘ ਨਾਮ ਹੋਇਆ ਜੀ। ਭਾਈ ਜੀਵਨ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਜੰਗ ਕਰਦੇ ਪਏ ਜੀ। 3 ਤਰਫੀ ਇਹ ਜੰਗ ਦੇ ਵਿੱਚ ਆਸਾ ਦੀ ਅਲੌਕਿਕ ਵਾਰ ਦਾ ਕੀਰਤਨ ਹੋਇਆ ਜੀ। ਆਸਾ ਦੀ ਵਾਰ ਦਾ ਭੋਗ ਪਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਰਸਾ ਨੂੰ ਪਾਰ ਕਰਨ ਦਾ ਹੁਕਮ ਕੀਤਾ ਜੀ। ਸਰਸਾ ਦੇ ਵਿੱਚ ਪਾਣੀ ਸੀ, ਬਹੁਤ ਜ਼ਿਆਦਾ ਚੜਿਆ ਆ ਰਿਹਾ। ਇੱਥੇ ਸਤਿਗੁਰੂ ਜੀ ਦਾ ਸਮੁੱਚਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਜੀ। ਇੱਕ ਭਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ, ਦੋਨੋਂ ਵੱਡੇ ਸਾਹਿਬਜ਼ਾਦੇ ਤੇ ਗਿਣਤੀ ਦੇ ਸਿੰਘ ਜਿਹੜੇ ਹਨ ਉਹ ਸਰਸਾ ਨੂੰ ਪਾਰ ਕਰਦੇ ਹਨ ਤੇ ਜਿਹੜਾ ਕੋਟਲਾ ਨਿਹੰਗ ਖਾਂ ਨਗਰ ਹੈ ਉਸ ਵਾਲੇ ਪਾਸੇ ਨੂੰ ਤੁਰਦੇ, ਉੱਥੋਂ ਬਰੂ ਮਾਜਰੇ ਥਾਣੀ ਹੋ ਕਰ ਫਿਰ ਇਹ ਚਮਕੌਰ ਸਾਹਿਬ ਜੀ ਵਾਲੇ ਪਾਸੇ ਨੂੰ ਚੱਲਣਗੇ। ਦੂਜੇ ਭਾਗ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਹਨ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਭਾਈ ਮਨੀ ਸਿੰਘ ਜੀ ਸਮੇਤ ਇਹਨਾਂ ਨੇ ਵੀ ਦਰਿਆ ਪਾਰ ਕੀਤਾ ਤੇ ਵੱਖ-ਵੱਖ ਪੜਾਵਾਂ ਥਾਣੀ ਹੁੰਦਿਆਂ ਹੋਇਆਂ ਭਾਈ ਜਵਾਹਰ ਸਿੰਘ ਜੀ ਦੇ ਘਰ ਦਿੱਲੀ ਪਹੁੰਚਣਗੇ। ਤੀਜੇ ਭਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਜ਼ੁਰਗ ਮਾਤਾ ਗੁਜਰੀ ਜੀ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੋਨੋਂ ਹੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਹਨ। ਇਹ ਵੀ ਅਗਾਂਹ ਜਾ ਕਰ ਹੌਲੀ ਹੌਲੀ ਕਿਸੇ ਢੰਗ ਦੇ ਨਾਲ ਸਰਸਾ ਨੂੰ ਪਾਰ ਕਰਕੇ ਇੱਕ ਰਾਤ ਕੁੰਮੇ ਮਾਸ਼ਕੀ ਦੇ ਘਰ ਗੁਜ਼ਾਰਨਗੇ। ਅਸੀਂ ਪਹਿਲਾਂ ਸਤਿਗੁਰੂ ਜੀ ਦੇ ਨਾਲ ਚੱਲਦੇ ਹਾਂ ਜੀ। ਸਤਿਗੁਰੂ ਜੀ ਨੇ ਸਰਸਾ ਨੂੰ ਪਾਰ ਕੀਤਾ, ਕੋਟਲਾ ਨਿਹੰਗ ਖਾਂ ਨਗਰ ਦੇ ਵਿੱਚ ਪਹੁੰਚੇ। ਨਿਹੰਗ ਖਾਂ ਨੇ ਸੇਵਾ ਵਾਸਤੇ ਆਖਿਆ ਤਾਂ ਸਤਿਗੁਰੂ ਜੀ ਨੇ ਆਖਿਆ, ਸਾਡਾ ਇੱਕ ਸਿੰਘ ਇਹ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੂੰ ਬਾਬਾ ਅਜੀਤ ਸਿੰਘ ਜੀ ਘੋੜੇ ਤੇ ਲੈ ਕਰ ਆਏ ਸਨ, ਆਖਿਆ ਇਹ ਬੜਾ ਜ਼ਖਮੀ, ਇਸ ਦੀ ਸੰਭਾਲ ਕਰਨੀ ਜੀ। ਸਤਿਗੁਰੂ ਜੀ ਉਸ ਦੇ ਘਰ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਛੱਡਦੇ ਹਨ ਤੇ ਆਪ ਬਰੂ ਮਾਜਰਾ ਥਾਣੀ ਹੁੰਦੇ ਹੋਏ ਚਮਕੌਰ ਸਾਹਿਬ ਜੀ ਨੂੰ ਰਵਾਨਾ ਹੁੰਦੇ। ਇਹਨਾਂ ਦੇ ਘਰ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਲੇਟੇ ਹੋਏ ਹਨ। ਸਰਕਾਰ ਪੁਲਿਸ ਜਾਂ ਸਮੇਂ ਦੀ ਹਕੂਮਤ ਘਰਾਂ ਦੀ ਤਲਾਸ਼ੀ ਲੈ ਰਹੀ ਤੇ ਜਦੋਂ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ, ਸਾਰੇ ਘਰ ਦੀ ਤਲਾਸ਼ੀ ਲਈ ਗਈ। ਜਿਹੜੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਸਨ, ਉੱਥੇ ਹੀ ਉਹਨਾਂ ਦੀ ਸੇਵਾ ਦੇ ਵਿੱਚ ਕੋਟਲਾ ਨਿਹੰਗ ਖਾਂ ਦੀ, ਜੋ ਨਿਹੰਗ ਖਾਂ ਜੀ ਹਨ, ਉਹਨਾਂ ਦੀ ਬੇਟੀ ਮੁਮਤਾਜ਼ ਹੈ। ਫੌਜਦਾਰ ਨੇ ਆਖਿਆ ਇਹ ਦਰਵਾਜ਼ਾ ਖੋਲ੍ਹਿਆ ਜਾਵੇ, ਇਹਦੀ ਵੀ ਤਲਾਸ਼ੀ ਕਰਨੀ ਹੈ। ਤਾਂ ਉਸ ਨਿਹੰਗ ਖਾਂ ਨੇ ਕਹਿ ਦਿੱਤਾ ਜੀ ਕਿ ਇਸ ਕਮਰੇ ਦੇ ਵਿੱਚ ਮੇਰੀ ਬੇਟੀ ਤੇ ਉਸ ਦਾ ਘਰ ਵਾਲਾ, ਤੇ ਤੂੰ ਵੀ ਮੁਸਲਮਾਨ ਮੈਂ ਵੀ ਮੁਸਲਮਾਨ, ਤੇ ਅਸੀਂ ਜਾਣਦੇ ਹਾਂ ਜਿੱਥੇ ਬੇਟੀ ਦਮਾਦ ਬੈਠੇ ਹੋਵਨ ਉਹ ਦਰਵਾਜ਼ਾ ਨਹੀਂ ਖੜਕਾਇਆ ਜਾਂਦਾ ਜੀ। ਇਹ ਬਚਨ ਅੰਦਰ ਬੈਠੀ ਬੇਟੀ ਮੁਮਤਾਜ਼ ਨੇ ਵੀ ਸੁਣੇ ਹਨ। ਕੁਝ ਸਮੇਂ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ। ਫੌਜਦਾਰ ਵਾਪਸ ਚਲਿਆ ਗਿਆ ਤੇ ਉਹ ਬੇਟੀ ਮੁਮਤਾਜ਼ ਤਕਰੀਬਨ 131 ਸਾਲ ਜਿਉਂਦੇ ਰਹੇ ਤੇ ਭਾਈ ਬਚਿੱਤਰ ਸਿੰਘ ਜੀ ਦੇ ਨਾਮ ਦੇ ਉੱਪਰ ਹੀ, ਭਾਵ ਉਹਨਾਂ ਦੇ ਵਿਧਵਾ ਕਹਿ ਸਕਦੇ ਹਾਂ, ਸ਼ਬਦ ਵਰਤ ਸਕਦੇ ਹਾਂ ਕਿ ਸਾਰੀ ਜ਼ਿੰਦਗੀ ਉਹਨਾਂ ਦੇ ਭਾਈ ਬਚਿੱਤਰ ਸਿੰਘ ਜੀ ਦੇ ਨਾਮ ਦੇ ਉੱਪਰ ਉਹਨਾਂ ਨੇ ਗੁਜ਼ਾਰਨਾ ਕੀਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਮਕੌਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਪਹੁੰਚੇ ਹਨ। ਇਸ ਸਥਾਨ ਤੇ ਬੈਠ ਕਰ ਸਤਿਗੁਰੂ ਜੀ ਇਸ ਕੱਚੀ ਹਵੇਲੀ ਨੂੰ ਬੜੇ ਪਿਆਰ ਦੇ ਨਾਲ ਵੇਖਦੇ ਪਏ ਹਨ ਤੇ ਇਸ ਕੱਚੀ ਹਵੇਲੀ ਦੇ ਸੰਬੰਧ ਦੇ ਵਿੱਚ ਵਿਦਵਾਨਾਂ ਨੇ ਬੜਾ ਕੁਝ ਲਿਖਣਾ ਕੀਤਾ ਜੀ।
ਹਕੀਮ ਅੱਲਾ ਜ਼ਾਰ ਖਾਂ ਜੋਗੀ ਜੀ ਲਿਖਦੇ ਹਨ ਕਿ ਇਹ ਜਿਹੜੀ ਥਾਂ ਹੈ ਨਾ, ਇਹ ਬੜੀ ਵਿਲੱਖਣ ਹੈ। ਉਹਨਾਂ ਨੇ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਸਾਰੇ ਹਿੰਦੁਸਤਾਨ ਦਾ ਉਹਨਾਂ ਜ਼ਿਕਰ ਕਰਦਿਆਂ ਹੋਇਆਂ ਆਖਣਾ ਕੀਤਾ, ਬਸ ਏਕ ਹੀ ਹਿੰਦ ਮੈਂ ਤੀਰਥ ਹੈ ਯਾਤਰਾ ਕੇ लिए, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ लिए। ਆਖਦਾ ਹੈ ਹਿੰਦੁਸਤਾਨ ਦੇ ਵਾਸੀਓ, ਤੁਸੀਂ ਆਖਦੇ ਹੋ 68 ਤੀਰਥ ਵੱਡੇ ਤੀਰਥ, ਪਰ ਸਭ ਤੋਂ ਵੱਡਾ ਤੀਰਥ ਚਮਕੌਰ ਸਾਹਿਬ ਜੀ ਦਾ ਪਾਵਨ ਸਥਾਨ, ਜਿੱਥੇ ਪਿਤਾ ਨੇ ਦੇਸ਼ ਵਾਸਤੇ ਕੌਮ ਵਾਸਤੇ ਆਪਣੇ ਜਿਹੜੇ ਪੁੱਤਰ ਸੀ ਉਹ ਕੁਰਬਾਨ ਕਰ ਦਿੱਤੇ। ਬਾਪੂ ਸੀਤਲ ਜੀ ਲਿਖਦੇ ਹਨ, ਇਹ ਥਾਂ ਹੈ ਜਿੱਥੋਂ ਦੀ ਧੂਰ ਪਰਸਨ ਕਦੇ ਸੀਤਲਾ ਦੇਵਤਿਆਂ ਆਵਣਾ ਹੈ। ਉਥੋਂ ਦੀ ਚਰਨ ਧੂੜ ਪਰਸਨ ਵਾਸਤੇ ਦੇਵਤੇ ਵੀ ਆਉਂਦੇ, ਕਿਉਂਕਿ ਗੁਰੂ ਪਿਤਾ ਜੀ ਨੇ ਆਪਣੇ ਪੁੱਤਰ ਉੱਥੇ ਕੁਰਬਾਨ ਕੀਤੇ ਜੀ। ਰਾਤ ਬਤੀਤ ਹੋਈ, ਸਾਰੀ ਰਾਤ ਸਤਿਗੁਰੂ ਜੀ ਨੇ ਪਹਿਰਾ ਦਿੱਤਾ। ਸਿੱਖਾਂ ਦਾ ਪਹਿਰਾ ਸਤਿਗੁਰੂ ਜੀ ਕਰਦੇ ਪਏ ਤੇ ਜੋ ਬਚਨ ਕੀਤੇ ਸਨ, ਰਹਿਣੀ ਰਹੇ ਸੋਈ ਸਿੱਖ ਮੇਰਾ, वो साहिब मैं उसका चेहरा, ਉਸ ਦੇ ਉੱਪਰ ਸਤਿਗੁਰੂ ਜੀ ਪਹਿਰਾ ਦੇ ਰਹੇ ਕਿ ਉਹ ਸਾਰੇ ਜਿਹੜੇ ਰਹਿਤਵਨ ਸਿੱਖ ਆਰਾਮ ਕਰਦੇ ਹਨ ਤੇ ਸਤਿਗੁਰੂ ਜੀ ਉਹਨਾਂ ਦੇ ਪਹਿਰੇ ਤੇ, ਕਿਉਂਕਿ ਉਹ ਰਹਿਤਵਾਨਾਂ ਦੀ ਪਹਿਰੇਦਾਰੀ ਕਰਨੀ ਸਤਿਗੁਰੂ ਜੀ ਸਮਝਾਉਂਦੇ ਹਨ। ਅਗਲੇ ਦਿਨ ਦੀ ਰਮਤਾ ਹੋਈ, ਸਾਰੇ ਮੁਗਲ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ। ਮਲੇਰਕੋਟਲੇ ਵਾਲੇ ਜਿਹੜੇ ਸਨ ਉਹ ਸਭ ਤੋਂ ਅੱਗੇ ਵਧੇ। ਸਤਿਗੁਰੂ ਜੀ ਨੇ ਦੋਹਾਂ ਨੂੰ ਤੀਰਾਂ ਦੇ ਨਾਲ ਪੌੜੀਆਂ ਤੋਂ ਹੇਠਾਂ ਸੁੱਟ ਦਿੱਤਾ। ਹੁਣ ਸਾਰੀ ਫੌਜ ਜਦੋਂ ਅੱਗੇ ਵਧੀ ਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਪਿਆਰੇ ਹਿੰਮਤ ਸਿੰਘ ਜੀ ਨੇ ਪਹਿਲਾ ਜਥਾ ਲੈ ਕੇ ਬਾਹਰ ਨਿਕਲਣਾ ਕੀਤਾ ਜੀ। ਹੁਣ ਤੁਸੀਂ ਇੱਕ ਆਪ ਅੰਦਾਜ਼ਾ ਲਗਾ ਕੇ ਵੇਖਿਓ ਕਿ 10 ਲੱਖ ਦਾ ਮੁਲਖਈਆ 4 ਚਫੇਰੇ 5 ਸਿੰਘ ਬਾਹਰ ਨਿਕਲੇ ਹਨ, ਤੇ ਇਹ ਤਾਂ ਹੋ ਨਹੀਂ ਸਕਦਾ ਕਿ ਆਖਣਗੇ ਚਲੋ 5 ਆਏ ਤੁਸੀਂ 10 ਅੱਗੇ ਹੋ ਕਰ ਮੁਕਾਬਲਾ ਕਰੋ। ਸਗੋਂ ਜੀਦਾ ਵੀ ਵਸ ਚੱਲਿਆ ਹੋਵੇਗਾ, ਹਰੇਕ ਨੇ ਹੀ ਗੋਲੀ ਵੀ ਚਲਾਈ ਹੋਵੇਗੀ ਤੇ ਹਰੇਕ ਨੇ ਤੀਰ ਵੀ ਚਲਾਇਆ ਹੋਵੇਗਾ। ਅੰਤ ਸੈਂਕੜਿਆਂ ਨੂੰ ਉਹ ਮਾਰਦਿਆਂ ਹੋਇਆਂ ਪੰਜੇ ਸੂਰਬੀਰ ਜਿਹੜੇ ਹਨ ਉਹ ਵੀਰਗਤੀ ਨੂੰ, ਸ਼ਹਾਦਤ ਨੂੰ ਪ੍ਰਾਪਤ ਕਰਦੇ ਜੀ। 2 ਜਥੇ ਹੋਰ ਗਏ ਹਨ ਮੈਦਾਨੇ ਜੰਗ ਦੇ ਵਿੱਚ, ਤੇ ਫਿਰ ਮਗਰੋਂ ਬਾਬਾ ਅਜੀਤ ਸਿੰਘ ਜੀ ਜਿਹੜੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਆਏ ਜੀ। 16-17 ਸਾਲ ਦਾ ਨੌਜਵਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਵੱਡਾ ਪੁੱਤਰ ਜਿਹੜਾ ਭੰਗਾਣੀ ਦੇ ਯੁੱਧ ਜਿੱਤਣ ਉਪਰੰਤ ਜਦੋਂ ਉਹ ਆਏ ਸੀ ਗੁਰੂ ਜੀ ਘਰ, ਪਤਾ ਲੱਗਾ ਸੀ ਪੌਂਟਾ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਕਿ ਪੁੱਤਰ ਪੈਦਾ ਹੋਇਆ, ਨਾਮ ਅਜੀਤ ਸਿੰਘ ਰੱਖਿਆ ਸੀ। ਸਤਿਗੁਰੂ ਜੀ ਨੇ ਹੱਥੀਂ ਤਿਆਰ ਕੀਤਾ ਆਪਣੇ ਪੁੱਤਰ ਨੂੰ ਤੇ ਮੈਦਾਨੇ ਜੰਗ ਵਾਲੇ ਪਾਸੇ ਤੋਰ ਦਿੱਤਾ ਜੀ। ਪੁੱਤਰ ਤੋਰਨੇ ਕੋਈ ਸੌਖੀ ਗੱਲ ਨਹੀਂ ਹੁੰਦੀ ਜੀ। ਇੱਥੇ ਬੜੀਆਂ ਉਦਾਹਰਨਾਂ ਜਿਨ੍ਹਾਂ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਉਦਾਹਰਨ ਵੀ ਆਵੇਗੀ, ਸ਼੍ਰੀ ਰਾਮਚੰਦਰ ਜੀ ਦੇ ਬਨਵਾਸ ਜਾਣ ਦੀ ਵੀ ਉਦਾਹਰਨ ਆਵੇਗੀ, ਅਰਜੁਨ ਦੇ ਪੁੱਤਰ ਦੀ ਮੌਤ ਦੀ ਵੀ, ਦਰੋਣਾਚਾਰੀਆ ਦੇ ਪੁੱਤਰ ਦੀ ਮੌਤ ਦੀ ਵੀ ਗੱਲ ਆਵੇਗੀ, ਪਰ ਸਮਾਂ ਸੀਮਤ ਹੈ ਜੀ। ਇੱਥੇ ਬੇਨਤੀ ਕਰਦੇ ਚੱਲੀਏ ਕਿ ਸਾਡਾ ਬੱਚਾ ਵਿਦੇਸ਼ ਜਾਣਾ ਹੋਵੇ ਨਾ, ਪਤਾ ਹੈ ਕਿ ਕੁਝ ਸਮੇਂ ਤੋਂ ਬਾਅਦ ਵਾਪਸ ਵੀ ਆ ਜਾਣਾ, ਬਿਲਕੁਲ ਦੁਨਿਆਵੀ ਜੀ ਉਦਾਹਰਨ ਜੀ। ਪਤਾ ਹੈ ਕਿ ਰੋਜ਼ ਅਸੀਂ ਗੱਲ ਵੀ ਕਰ ਸਕਦੇ, ਟੈਕਨੋਲੋਜੀ ਦੇ ਹਿਸਾਬ ਨਾਲ ਫੇਸ ਟੂ ਫੇਸ ਗੱਲ ਵੀ ਸਾਡੀ ਹੁੰਦੀ, ਪਰ ਫਿਰ ਵੀ ਵਿਛੋੜਾ ਹੀ ਹੁੰਦਾ ਜੀ। ਬੜੇ ਮੁਸ਼ਕਲ ਹੁੰਦੇ ਹਨ ਘਰਾਂ ਚੋਂ ਧੀਆਂ ਪੁੱਤਰ ਤੋਰਨੇ, ਆਪਣੇ ਬੱਚੇ ਤੋਰਨੇ, ਪਰ ਜਿੱਥੇ ਸਤਿਗੁਰੂ ਜੀ ਭੇਜ ਰਹੇ ਹਨ ਉਹ ਮੈਦਾਨੇ ਜੰਗ ਹੈ। ਪਤਾ ਹੈ ਕਿ ਉਥੋਂ ਇਹ ਜਿਉਂਦੇ ਵਾਪਸ ਨਹੀਂ ਆਵਣਗੇ। ਕਿਸ ਪ੍ਰਕਾਰ ਦਾ ਜ਼ਿਕਰਾ ਹੋਵੇਗਾ। ਇਹ ਨਹੀਂ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਈ ਨਿਰਦਈ ਸਨ, ਪੱਥਰ ਦਾ ਜ਼ਿਕਰਾ ਨਹੀਂ ਜੀ, ਉਹ ਪਿਤਾ ਵੀ ਹਨ, ਉਹ ਗੁਰੂ ਵੀ ਹਨ। ਬੜਾ ਮਲੂਕ ਹਿਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ, ਕਿਉਂਕਿ ਗੁਰਬਾਣੀ ਨੇ ਸਮਝਾ ਦਿੱਤਾ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਤੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਉਹ ਤਾਂ ਮਿੱਠ ਬੋਲੜਾ ਹੈ ਮਾਹੀ ਪ੍ਰੀਤਮ ਪਿਆਰਾ ਜੀ। ਸਤਿਗੁਰੂ ਜੀ ਨੇ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਦੇ ਵਿੱਚ ਤੋਰਿਆ, ਨਾਲ ਸਿੰਘ ਤੋਰੇ ਹਨ, ਤੇ ਜਦੋਂ ਮੈਦਾਨੇ ਜੰਗ ਦੇ ਵਿੱਚ ਪਹੁੰਚੇ ਤੇ ਦੁਸ਼ਮਣਾਂ ਦੇ ਬਾਬਾ ਅਜੀਤ ਸਿੰਘ ਜੀ ਨੇ ਆਹੂ ਲਾਉਣਾ ਕੀਤੇ, ਸਾਰਿਆਂ ਨੂੰ ਮਾਰਦੇ ਪਏ
ਤੇ ਬਾਪੂ ਸੀਤਲ ਜੀ ਇੱਥੇ ਲਿਖਦੇ ਹਨ, ਇਹ ਸੋਚੇ ਸਾਰੇ ਮਾਰ ਕੇ ਰੱਖ ਲਈ ਜ਼ਿੰਦਗਾਨੀ, ਤਾਂ ਕਿਸੇ ਨਹੀਂ ਕਹਿਣਾ ਗੁਰਾਂ ਨੂੰ ਪੁੱਤਰਾਂ ਦਾ ਦਾਨੀ। ਵਿਚਾਰ ਕੀਤੀ ਕਿ ਪਹਿਲਾਂ ਮੇਰੇ ਪਿਤਾ ਜੀ ਨੂੰ ਪਿਤਾ ਦਾ ਦਾਨੀ ਲੋਕ ਆਖਦੇ ਹਨ, ਸ਼ਹੀਦ ਦਾ ਪੁੱਤਰ ਆਖਦੇ ਹਨ, ਪਰ ਮੈਦਾਨੇ ਜੰਗ ਦੇ ਵਿੱਚ ਮੇਰੇ ਸ਼ਹੀਦ ਹੋਣ ਦੇ ਨਾਲ ਪਿਤਾ ਜੀ ਨੂੰ ਸ਼ਹੀਦ ਦਾ ਪਿਤਾ ਵੀ ਆਖਿਆ ਜਾਵੇਗਾ। ਇਹ ਸੋਚ ਸ਼ਹੀਦੀ ਪਾ ਗਿਆ ਖਾ 300 ਕਾਨੀ। 300 ਜਿਹੜੇ ਕਾਨੀ ਭਾਵ 300 ਤੀਰ ਜਿਹੜੇ ਸੀ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਪਰ ਲੱਗੇ, ਤੇ ਉਸ ਵੇਲੇ ਦੀ ਇੱਕ ਲਿਖਤ ਦੇ ਅਨੁਸਾਰ ਲਗਭਗ 500 ਫੱਟ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਪਰ ਲੱਗੇ ਹੋਏ ਸਨ। ਤੁਸੀਂ ਆਪ ਵੇਖੋ ਕਿ ਕਿਸ ਪ੍ਰਕਾਰ ਦੇ ਕਹਿਰਵਾਨ ਹੋ ਕਰ ਮੁਗਲ ਫੌਜਾਂ ਜਿਹੜੀਆਂ ਸੀ ਉਹ ਬਾਬਾ ਅਜੀਤ ਸਿੰਘ ਜੀ ਦੇ ਨਾਲ ਜੰਗ ਕਰਨ ਵਾਸਤੇ ਅੱਗੇ ਆਈਆਂ ਸਨ। ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅੱਗੇ ਆ ਗਏ ਹਨ। ਗੁਰੂ ਪਿਤਾ ਜੀ ਦੇ ਕੋਲੋਂ ਆਗਿਆ ਪ੍ਰਾਪਤ ਕਰਦੇ ਹਨ ਕਿ ਪਿਤਾ ਜੀ ਅਸੀਂ ਇਕੱਠੇ ਖੇਡਦੇ ਰਹੇ ਹਾਂ, ਸਾਡੀ ਜੋੜੀ ਬੜੀ ਕਮਾਲ, ਕਿਤੇ ਤੁਸੀਂ ਨਾ ਕਰ ਦਿਓ, ਮੈਨੂੰ ਸ਼ਹੀਦ ਹੋਣ ਵਾਸਤੇ ਜਾਣ ਦਿਓ, ਸਾਡੀ ਜੋੜੀ ਵਿੱਚ ਭੰਗਣਾ ਨਾ ਪਵੇ, ਕਰੋ ਤੁਸੀਂ ਮੇਰੇ ਤੇ ਪਰ ਉਪਕਾਰ। ਸਤਿਗੁਰੂ ਜੀ ਨੇ ਆਪਣਾ ਦੂਜਾ ਪੁੱਤਰ ਵੀ ਮੈਦਾਨੇ ਜੰਗ ਦੇ ਵਿੱਚ ਤੋਰ ਦਿੱਤਾ। ਸਿੰਘਾਂ ਨੇ ਆਖਿਆ, ਬੜਿਆ ਬੱਚਿਆਂ ਨੂੰ ਚੁੱਪ ਕਰਾਇਆ, ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਆਪਣੀ ਬਿਰਤੀ ਚਮਕੌਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਲਿਜਾਉਣ ਦਾ ਯਤਨ ਕਰਿਓ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਰਦੇ ਪਏ ਤੇ ਸਿੰਘ ਆਖਦੇ ਹਨ, ਸੱਚਿਆ ਪਾਤਸ਼ਾਹ ਜਦੋਂ ਕੱਲ ਆਨੰਦਪੁਰ ਸਾਹਿਬ ਜੀ ਤੋਂ ਤੁਰੇ ਸਨ, ਆਪ ਜੀ ਦਾ ਸਾਰਾ ਪਰਿਵਾਰ ਕੋਲ ਸੀ। ਅੱਜ ਦੋ ਪੁੱਤਰਾਂ ਦਾ, ਮਾਤਾ ਜੀ ਦਾ, ਮਹਿਲਾਂ ਦਾ ਕੋਈ ਪਤਾ ਨਹੀਂ। ਇੱਕ ਪੁੱਤਰ ਸ਼ਹੀਦ ਹੋ ਚੁੱਕਿਆ, ਇੱਕ ਪੁੱਤਰ ਆਪ ਜੀ ਦੇ ਕੋਲ। ਸਤਿਗੁਰੂ ਜੀ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਜੁਝਾਰ ਸਿੰਘ ਜੀ ਨੂੰ ਆਪਣੇ ਕੋਲ ਰੱਖ ਲਵੋ। ਤਾਂ ਸਤਿਗੁਰੂ ਜੀ ਨੇ ਆਖਣਾ ਕੀਤਾ ਸੀ, ਨਹੀਂ ਦਇਆ ਸਿੰਘ ਜੀ ਕੋਈ ਫਰਕ ਨਹੀਂ, ਜਿਹੜੇ ਜੰਗ ਨੂੰ ਜਾ ਰਹੇ ਉਹ ਸਾਰੇ ਮੇਰੇ ਪੁੱਤਰ ਹਨ। ਹੱਥੀਂ ਹਥਿਆਰ ਸਜਾ ਕਰ ਸਤਿਗੁਰੂ ਜੀ ਨੇ ਆਪਣਾ ਦੂਜਾ ਪੁੱਤਰ ਵੀ ਮੈਦਾਨੇ ਜੰਗ ਵਾਲੇ ਪਾਸੇ ਤੋਰਨਾ ਕੀਤਾ। ਸੂਰਬੀਰ ਨੇ ਅਨੇਕਾਂ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ ਸ਼ਹਾਦਤ ਜੋ ਸੀ ਉਹ ਪ੍ਰਾਪਤ ਕੀਤੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੱਚੀ ਹਵੇਲੀ ਦੇ ਉੱਪਰ ਬੈਠੇ ਇਹ ਸਾਰਾ ਨਜ਼ਾਰਾ ਵੇਖਦੇ ਪਏ। ਬਾਪੂ ਸੀਤਲ ਜੀ ਇੱਥੇ ਲਿਖਦੇ ਹਨ ਕਿ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ। ਹਸਬਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ। ਤੇ ਮੰਗ ਕੀ ਹੈ ਜੀ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਇਹ ਮੰਗ ਹੈ ਜੀ, ਵਿਲੱਖਣ ਮੰਗ। ਅਸੀਂ ਸਾਰੇ ਇਹ ਆਖਦੇ ਹਾਂ ਕਿ ਅਸੀਂ ਵਸਦੇ ਰਹੀਏ, ਬਾਕੀ ਸੰਸਾਰ ਵੱਖਰਾ ਜੀ। ਮੇਰਾ ਘਰ ਪਰਿਵਾਰ ਚੰਗਾ ਰਹੇ, ਮੇਰੇ ਬੱਚੇ ਚੰਗੇ ਰਹਿਣ। ਤੇ ਸਤਿਗੁਰੂ ਜੀ ਕੀ ਮੰਗ ਕਰਦੇ ਹਨ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਬਾਬਾ ਜੁਝਾਰ ਸਿੰਘ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ। ਦਿਨ ਢਲ ਗਿਆ, ਸਤਿਗੁਰੂ ਜੀ ਸਮੇਤ ਸਭੋ 44 ਜਾਣੇ ਜੰਗ ਚਮਕੌਰ ਦੇ ਵਿੱਚ ਪਹੁੰਚੇ। ਇਸ ਕੱਚੀ ਹਵੇਲੀ ਦੇ ਵਿੱਚ 32 ਸਿੰਘ ਜਿਹੜੇ ਹਨ ਉਹ ਸਾਰਾ ਦਿਨ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਹੁਣ ਬਾਹਰ 10 ਲੱਖ ਮਲਖਈਆ, ਉਹਨਾਂ ਦੇ ਵਿੱਚੋਂ ਜਿੰਨੇ ਵੀ ਮਰੇ ਹੋਣਗੇ ਗਿਣਤੀ ਨੂੰ ਕੋਈ ਫਰਕ ਨਹੀਂ ਪਿਆ ਜੀ। ਪਰ ਅੰਦਰੋਂ 44 ਦੇ ਵਿੱਚੋਂ 32 ਸਿੰਘ ਸ਼ਹੀਦ ਹੋ ਚੁੱਕੇ, ਗਿਣਤੀ ਨੂੰ ਫਰਕ ਪਿਆ ਜੀ। ਸਤਿਗੁਰੂ ਜੀ ਨੂੰ ਪੰਥ ਦਾ ਹੁਕਮ ਪ੍ਰਾਪਤ ਹੋਇਆ ਕਿ ਤੁਸੀਂ ਹੁਣ ਇਸ ਹਵੇਲੀ ਦੇ ਵਿੱਚੋਂ ਚਲੇ ਜਾਵੋ ਜੀ। ਸਤਿਗੁਰੂ ਜੀ ਨੇ ਨਾਲ 3 ਸਿੰਘ ਤਿਆਰ ਕੀਤੇ ਹਨ। ਸੰਖੇਪ ਦੇ ਰੂਪ ਦੇ ਵਿੱਚ ਚੱਲਦੇ ਪਏ ਕਿਉਂਕਿ ਸਮਾਂ ਬੜੀ ਤੇਜ਼ੀ ਦੇ ਨਾਲ ਚੱਲਦਾ ਪਿਆ ਜੀ। ਸਤਿਗੁਰੂ ਜੀ ਦੇ ਨਾਲ 3 ਸਿੰਘ ਤੁਰੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤਾੜੀ ਮਾਰ ਕੇ ਨਿਕਲੇ। ਭਾਈ ਸੰਗਤ ਸਿੰਘ ਜੀ ਦੇ ਸ਼ੀਸ਼ ਦੇ ਉੱਪਰ ਕਲਗੀ ਤੋਰਾ ਸਜਾ ਦਿੱਤਾ ਜੀ। ਤੁਸੀਂ ਇੱਕ ਖਿਆਲ ਕਰਕੇ ਵੇਖਿਓ ਕਿ ਸਤਿਗੁਰੂ ਜੀ ਤੁਰ ਗਏ, ਮਗਰੋਂ ਭਾਈ ਸੰਗਤ ਸਿੰਘ ਜੀ ਸਮੇਤ 8 ਸਿੰਘ ਗੜੀ ਦੇ ਵਿੱਚ ਰਹਿ ਗਏ। ਅਗਲੇ ਦਿਨ ਪਤਾ ਕਿ ਸਾਰੀ ਫੌਜ ਹਮਲਾ ਕਰੇਗੀ, ਸਾਰਿਆਂ ਨੇ ਸ਼ਹੀਦ ਹੋਣਾ ਹੈ। ਪਰ ਜਜ਼ਬਾ ਵੇਖੋ,
ਕਿ ਗੁਰੂ ਪਿਤਾ ਪਾਤਸ਼ਾਹ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਉਹ 8 ਹੀ ਸਿੰਘ ਜਿਹੜੇ ਉਹ 10 ਲੱਖ ਫੌਜ ਦੇ ਸਨਮੁਖ ਅੜ ਗਏ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਤੋਂ ਬਾਹਰ ਨਿਕਲੇ, ਸਾਥੀ ਵਿਛੜ ਗਏ, ਇਕੱਲੇ ਰਹਿ ਗਏ ਹਨ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚੇ ਹਨ ਤੇ ਸੀਤਲ ਸਾਹਿਬ ਜੀ ਬਾਪੂ ਜੀ ਲਿਖਦੇ ਹਨ, ਭਾਣਾ ਮੰਨ ਅਕਾਲ ਦਾ ਤੇ ਮਾਛੀਵਾੜੇ ਆਣ, ਸੁੱਤਾ 70 ਮੱਲ ਕੇ ਸ਼ਾਹਾਂ ਦਾ ਸੁਲਤਾਨ, ਉਵੇਂ ਢਾਕੇ ਲੱਗ ਕੇ ਸੁੱਤੀ ਪਈ ਕਿਰਪਾਨ, ਸੁੱਤਾ ਮਾਲਕ ਜਗਤ ਦਾ ਪਰ ਜਾਗਣ ਕੁਲ ਅਰਮਾਨ ਜੀ। ਇਸ ਕੱਚੀ ਚਮਕੌਰ ਦੀ ਗੜੀ ਤੇ ਸਿੰਘਾਂ ਦੀ ਬਹਾਦਰੀ ਦੇ ਸਬੰਧ ਦੇ ਵਿੱਚ ਪੰਜਾਬੀ ਦੇ ਮਰਹੂਮ ਮਹਾਨ ਕਵੀ ਸੰਤਰਾਮ ਉਦਾਸੀ ਜੀ ਲਿਖਦੇ ਹਨ ਕਿ ਸਿੰਘਾਂ ਨੇ ਆਖਣਾ ਕੀਤਾ ਸੀ, ਸੱਚੇ ਪਾਤਸ਼ਾਹ ਬਾਪੂ ਬੈਠ ਕੇ ਵੇਖਦਾ ਰਹੀਂ, ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੀਤ ਜੁਝਾਰ ਤੇਰੇ, ਚੁੱਭੀ ਮਾਰ ਕੇ ਸਰਸਾ ਦੇ ਰੋੜ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ, ਬਾਪੂ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ। ਤੇ ਇਹ ਕਾਰਜ ਕੀਤਾ ਜੀ। ਸਿੰਘਾਂ ਨੇ ਜੰਗਲਾਂ ਦੇ ਵਿੱਚ ਜਾ ਕੇ ਮੋਰਚਾਬੰਦੀ ਕਰਕੇ ਕੁੱਲੀਆਂ ਨੂੰ ਵੀ ਜਿਹੜੇ ਕਿਲੇ ਸੀ ਨਾ ਉਹ ਬਣਾ ਕੇ ਖਾਲਸਾ ਰਾਜ ਸਥਾਪਿਤ ਕੀਤਾ ਜੀ। ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲ ਦੇ ਵਿੱਚੋਂ ਦੀ ਹੁੰਦੇ ਹੋਏ ਗੁਲਾਬੇ ਪੰਜਾਬੇ ਦੇ ਘਰ ਪਹੁੰਚਦੇ, ਅਗਾਂਹ ਵੱਖ-ਵੱਖ ਪੜਾਵਾਂ ਤਾਣੀ ਹੁੰਦਿਆਂ ਹੋਇਆਂ ਸਤਿਗੁਰੂ ਜੀ ਫਿਰ ਨੂਰੇ ਮਾਈ ਦੇ ਕੋਲ ਜਾ ਕਰ ਸਰਹੰਦ ਦਾ ਇਤਿਹਾਸ ਸੁਣਨਗੇ ਤੇ ਉਪਰੰਤ ਫਿਰ ਦਮਦਮਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਪਹੁੰਚਣਗੇ। ਹੁਣ ਸਤਿਗੁਰੂ ਜੀ ਦੇ ਪਰਿਵਾਰ ਦੇ ਇੱਕ ਭਾਗ ਦੇ ਵਿੱਚ ਸਤਿਗੁਰੂ ਜੀ ਦੇ ਮਾਤਾ ਜੀ ਛੋਟੇ ਸਾਹਿਬਜ਼ਾਦੇ ਹਨ। ਇੱਕ ਰਾਤ ਕੁੰਮੇ ਮਾਸ਼ਕੀ ਦੇ ਕੋਲ ਰਹੇ, ਉਪਰੰਤ ਗੰਗੂ ਦੇ ਘਰ ਦੇ ਵਿੱਚ ਪਹੁੰਚੇ। ਵਿਧਾਤਾ ਸਿੰਘ ਤੀਰ ਜੀ ਲਿਖਦੇ ਹਨ, ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਪਰ ਨਿਕਲਿਆ ਬੜਾ ਚੰਡਾਲ ਗੰਗੂ, ਲਾਲਚ ਵਸ ਹੋ ਕੇ ਗੰਗੂ ਨੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇੱਕ ਰਾਤ ਮਰਿੰਡੇ ਰਹੇ ਹਨ, ਉਪਰੰਤ ਫਿਰ ਸਰਹੰਦ ਦੇ ਵਿੱਚ ਪਹੁੰਚਾ ਦਿੱਤਾ ਹੈ। ਸਰਹੰਦ ਦੇ ਵਿੱਚ ਸਾਰੇ ਬੜੇ ਮਜੂਸ ਬੈਠੇ ਸੀ, ਕਿਉਂਕਿ ਪਿਛਲੇ ਲਗਾਤਾਰ ਜੇ ਕਹਿ ਲਈਏ ਨਾ 1 ਸਾਲ ਤੋਂ ਘੇਰਾ ਪਿਆ ਹੋਇਆ ਸੀ। 8-9 ਮਹੀਨੇ ਲੰਘ ਚੁੱਕੇ ਸੀ, 3 ਰੁੱਤਾਂ ਵੀ ਲੰਘ ਚੁੱਕੀਆਂ ਸੀ। ਗੁਰੂ ਜੀ ਆਨੰਦਪੁਰ ਤੋਂ ਵੀ ਬਾਹਰ ਨਿਕਲ ਆਏ, ਚਮਕੌਰ ਦੇ ਵਿੱਚ ਘੇਰਾ ਪਾ ਕੇ ਬੈਠੇ। ਸਤਿਗੁਰੂ ਜੀ ਉੱਥੋਂ ਵੀ ਚਲੇ ਗਏ ਤਾਂ ਨਿਰਾਸ਼ਤਾ ਸੀ। ਪਰ ਜਦੋਂ ਪਤਾ ਲੱਗਿਆ ਨਾ ਕਿ ਗੁਰੂ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਗ੍ਰਿਫਤਾਰ ਹਨ ਤੇ ਕਿਆਸ ਬੱਜੀ ਕੀ ਹੋ ਸਕਦਾ, ਮਾਂ ਦੀ ਮਮਤਾ ਤੇ ਜਾਂ ਫਿਰ ਪੁੱਤਰਾਂ ਦੇ ਮੋਹ ਕਰਕੇ ਸਤਿਗੁਰੂ ਜੀ ਸਾਡੇ ਕੋਲ ਆਉਣ ਤੇ ਸਾਡੀ ਈਨ ਪ੍ਰਵਾਨ ਕਰਨ। ਪਰ ਇਤਿਹਾਸ ਉਹ ਭੁੱਲ ਗਏ, ਕਿਉਂਕਿ ਆਪਣੇ ਪਿਤਾ ਜੀ ਦੇ ਸੀਸ ਦੇ ਦਰਸ਼ਨ ਵੀ ਕੀਤੇ ਤੇ ਅਜੇ 1 ਦਿਨ ਪਹਿਲਾਂ ਹੀ ਦੋਨਾਂ ਹੀ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਦੀ, ਸ਼ਰੀਰਾਂ ਦੇ ਕੋਲੋਂ ਦੀ ਲੰਘ ਕੇ ਆ ਚੁੱਕੇ